परमात्मा दो सर्व शक्ति सावन कृपाल दे चरणों च नमस्कार करदा हां, जिन्हां ने इस गरीब आत्मा ते रहम कीता, अपनी दया कीती। अज दे दिन दी खुशी बयान नहीं कीती। अज दे दिन वास्ते एक दिन वो परमात्मा कृपाल सदा ही रहम करने वाला, कृपा करने वाला, जैसा उसका नाम सीगा कृपाल। कृपाल का मतलब है कृपा, कृपा करना। गुरु नानक ने भी कहा संत कृपाल कृपा जे करे, नानक संत संग निंदक भी तरह। तो एक दिन बैठे मेरे आश्रम के अंदर, मेरे नाल कुदरतों ही अपनी ही मौज विच कोई अपने गुरुदेव जी गल करन लगे। उस वेले दी महिमा बयान नहीं की जा सकती। लफ्जां दे अंदर वो देखण वाली सी, उन्हां दा जेड़ा मत्था सी वो चमक उठिया। उन्हां दी अखां शेर दी तरह, दो लाल जेड़े सन वो भख रहे सन और कमान दी तरह परपटे कसे गए। नजरां दे तीर चल रहे सन। लूं लूं दे विचों प्रकाश फुट के बाहर निकलदा सीगा, क्योंकि उस वक्त वो अपने महान गुरु परमात्मा सावन दी महिमा गा रहे सन। वो उन्हां दा स्वरूप दस रहे सन। ये भी कह रहे सन कि खूह दे विच गिरिया होया डड्डू, ਉਹਨੂੰ ਬਾਹਰਲੀ ਦੁਨੀਆ ਦੀ ਕੋਈ ਸੁਧ ਬੁੱਧ ਨਹੀਂ ਹੁੰਦੀ। ਇਸੇ ਤਰ੍ਹਾਂ ਵਿਸ਼ੇ ਵਿਕਾਰਾਂ ਦੇ ਵਿੱਚ ਲਿਬੜੇ ਹੋਏ ਜੀ, ਵਿਸ਼ੇ ਵਿਕਾਰਾਂ ਦੇ ਖੂਹ ਵਿੱਚ ਡਿੱਗੇ ਹੋਏ ਜੀ ਸੰਤਾਂ ਦੀ ਮਹਿਮਾ ਕੀ ਪਛਾਣ ਸਕਦੇ ਹੈ। ਫਿਰ ਮਹਾਰਾਜ ਕਿਰਪਾਲ ਕਹਿਣ ਲੱਗੇ ਆਪਣੀ ਮੌਜ ਦੇ ਵਿੱਚ ਕਿ ਪੂਰਾ ਗੁਰੂ ਪਰਮਾਤਮਾ ਤੋਂ ਘੱਟ ਨਹੀਂ ਹੁੰਦਾ। ਉਹ ਪਰਮਾਤਮਾ ਦੇ ਵਿੱਚ ਸਮਾਇਆ ਹੁੰਦਾ ਹੈ, ਉਹ ਸਦਾ ਨਿਰਵੈਰ ਹੁੰਦਾ ਹੈ। ਉਸ ਦੇ ਅੰਦਰ ਕਿਸੇ ਦੇ ਵਾਸਤੇ ਬੁਰੀ ਭਾਵਨਾ ਨਹੀਂ ਹੁੰਦੀਗੀ। ਉਹ ਵੈਰ ਦਵੈਸ਼ ਤੋਂ ਉੱਪਰ ਹੁੰਦਾ ਹੈ। ਉਹ ਆਪਣੀ ਹੱਕ ਹਲਾਲ ਦੀ ਕਮਾਈ ਉੱਤੇ ਗੁਜ਼ਾਰਾ ਕਰਦਾ ਹੈ। ਉਹ ਦੁਨੀਆ ਤੇ ਬੋਝਾ ਬਣ ਕੇ ਨਹੀਂ ਆਉਂਦਾਗਾ। ਫਿਰ ਉਹ ਕਹਿਣ ਲੱਗੇ ਕਿ ਦੁਨੀਆ ਦੇ ਉਹ ਕਾਂ ਦੀ ਤਰ੍ਹਾਂ ਦੁਨੀਆ ਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਠੁੰਗਾ ਨਹੀਂ ਮਾਰਦਾਗਾ। ਉਹ ਇੱਕ ਹੰਸ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਦਾ ਹੈ। ਹੰਸ ਸਦਾ ਦੁੱਧ ਪੀਂਦਾ ਹੈ, ਪਾਣੀ ਨਹੀਂ ਪੀਂਦਾ। ਉਹਦੀ ਚੁੰਝ ਦੇ ਅੰਦਰ ਹੀ ਸ਼ਕਤੀ ਹੁੰਦੀ ਹੈ। ਇਸੇ ਤਰ੍ਹਾਂ ਪੂਰਾ ਗੁਰੂ ਜਿਹੜਾ ਹੁੰਦਾ ਹੈ ਉਹ ਵਿਸ਼ੇ ਵਿਕਾਰਾਂ ਦਾ ਪਾਣੀ ਨਹੀਂ ਪੀਂਦਾਗਾ। ਉਹ ਸ਼ਬਦ ਨਾਮ ਦਾ ਹੀ ਪਾਣੀ ਪੀਂਦਾ ਹੈ। ਉਹ ਸਦਾ ਹੀ ਆਪਣੀ ਸੁਰਤ ਨੂੰ ਉਸ ਜਗ੍ਹਾ ਪਹੁੰਚਾਈ ਰੱਖਦਾ ਹੈ ਜਿੱਥੇ ਕਿ ਉਹ ਅੰਮ੍ਰਿਤ ਦੀ ਧਾਰ ਸਦਾ ਹੀ ਆ ਰਹੀ ਹੁੰਦੀ ਹੈ। ਉਹ ਕਿਸੇ ਦਾ ਦੁੱਖ ਨਹੀਂ ਜਰ ਸਕਦਾ। ਸਦਾ ਹੀ ਉਹ ਦੁਨੀਆ ਦਾ ਭਲਾ ਸੋਚਦਾ ਹੈ। ਉਹ ਬਗੈਰ ਕਿਸੇ ਦੀ ਫਲ ਤੋਂ ਦੀ ਇੱਛਾ ਤੋਂ ਆਪਣੇ ਕਰਤੱਵ ਦੀ ਪਾਲਣਾ ਕਰਦਾ ਰਹਿੰਦਾ ਹੈ। ਉਹ ਮਿੱਠ ਬੋਲੜਾ ਹੁੰਦਾ ਹੈ। ਉਹਦੇ ਮਿੱਠੇ ਬੋਲ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੇ ਹੈ। ਲੋਕ ਉਹਦੇ ਪਾਸ ਉਸ ਦੀ ਮਿਠਾਸ ਦੇ ਖਿੱਚੇ ਤੁਰੇ ਆਉਂਦੇ ਹੈ। ਕੋਈ ਦੂਰ ਜਾਂ ਨੇੜੇ ਦਾ ਫਰਕ ਨਹੀਂ ਹੁੰਦਾਗਾ। ਸੋ ਰਵਿਦਾਸ ਨੇ ਕਿਹਾ ਕਿ ਰਾਮ ਔਰ ਸੰਤ ਵਿੱਚ ਭੇਦ ਨਹੀਂ। ਰਵਿਦਾਸ ਨੇ ਵੀ ਪਿਆਰ ਨਾਲ ਕਿਹਾ ਸਾਧੂ ਸੋਈ ਕੌਣ ਸਾਧ ਹੈ ਜੋ ਜਗ ਮੇ ਲਿਪਤ ਨਾ ਹੋਏ। ਜਿਹੜਾ ਦੁਨੀਆ ਦੇ ਵਿੱਚ ਲਿਪਤ ਨਹੀਂ ਹੁੰਦਾ, ਦੁਨੀਆ ਦੇ ਵਿੱਚ ਰਹਿੰਦਾ ਹੋਇਆ ਉਹ ਨਿਰਲੇਪ ਰਹਿੰਦਾ ਹੈ। ਕਬਲ ਦਾ ਪੱਤਾ ਪਾਣੀ ਵਿੱਚ ਹੈ, ਲੇਕਿਨ ਪਾਣੀ ਦਾ ਉਸ ਤੇ ਅਸਰ ਨਹੀਂ ਹੁੰਦਾਗਾ। ਸੋ ਇਸ ਤਰ੍ਹਾਂ ਦੇ ਉਹ ਬਚਨ ਆਪਣੇ ਗੁਰੂ ਦੇ ਵਾਸਤੇ ਬੜੇ ਪਿਆਰ ਨਾਲ ਸੁਣਾ ਰਹੇ ਸਨ। ਉਸ ਵੇਲੇ ਦੀ ਕੀ ਮਹਿਮਾ ਉਹ ਬਿਆਨ ਕੀਤੀ ਜਾ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਉਹ ਦਿਨ ਬੜਾ ਹੀ ਭਾਗ ਵਾਲਾ ਸੀ ਜਿਸ ਦਿਨ ਮੇਰੇ ਗੁਰੂ ਦੇਵ ਪਰਮਾਤਮਾ ਸਾਵਣ ਨੇ ਸੰਸਾਰ ਵਿੱਚ ਆਇਆ ਸੀਗਾ। ਉਹਨੇ ਆ ਕੇ ਤਪਦੇ ਦਿਲਾਂ ਨੂੰ ਆਪਣੇ ਜੋ ਸਾਵਣ ਦੇ ਮਹੀਨੇ ਅੰਦਰ ਹਿੰਦੁਸਤਾਨ ਦੇ ਅੰਦਰ ਬਾਰਿਸ਼ ਹੁੰਦੀ ਹੈ। ਲੋਕ ਅੱਜ ਦੇ ਮਹੀਨੇ ਦੇ ਅੰਦਰ ਆਸ ਲਾ ਕੇ ਰੱਖਦੇ ਹੈ ਵੀ ਸਾਵਣ ਆਏਗਾ, ਸੁੱਕੀਆਂ ਖੇਤੀਆਂ ਜਿਹੜੀਆਂ ਹਨ ਉਹ ਹਰੀਆਂ ਹੋ ਜਾਣਗੀਆਂ। ਸਾਵਣ ਦੇ ਮਹੀਨੇ ਦੇ ਅੰਦਰ ਲੜਕੀਆਂ ਸਹੁਰੇ ਘਰ ਤੋਂ ਪੇਕਿਆਂ ਅੰਦਰ ਆਉਂਦੀਆਂ ਹਨ, ਅੱਛੇ ਕੱਪੜੇ ਪਾ ਕੇ ਖੁਸ਼ੀ ਮਨਾਉਂਦੀਆਂ ਹਨ,
ਆਪਸ ਵਿੱਚ ਵਿਛੜੀਆਂ ਸਹੇਲੀਆਂ ਜਿਹੜੀਆਂ ਹੁੰਦੀਆਂ ਹਨ ਉਹ ਇੱਕ ਦੂਸਰੀ ਦੇ ਨਾਲ ਮਿਲਦੀਆਂ ਹਨ। ਇਸੇ ਤਰ੍ਹਾਂ ਇਹ ਤਾਂ ਇੱਕ ਦੁਨਿਆਵੀ ਮਿਸਾਲ ਹੈ, ਲੇਕਿਨ ਸਚਾਈ ਇਹ ਹੁੰਦੀ ਹੈ ਜਿਸ ਦਿਨ ਉਹ ਪਰਮਾਤਮਾ ਸੰਸਾਰ ਦੇ ਵਿੱਚ ਖੁਦ ਹੀ ਆਪਣਾ ਭੇਦ ਦੱਸਣ ਵਾਸਤੇ ਆਉਂਦਾ ਹੈ। ਅਗਰ ਉਹ ਨਾ ਆਉਂਦਾ ਤਾਂ ਸੰਸਾਰ ਨੂੰ ਕੀ ਪਤਾ ਲੱਗਦਾ। ਅੱਜ ਗੁਰੂ ਔਰ ਸਿੱਖ ਦੀਆਂ ਕਹਾਣੀਆਂ ਸੰਸਾਰ ਵਿੱਚ ਨਾ ਹੁੰਦੀਆਂ ਤਾਂ ਪਰਮਾਤਮਾ ਖੁਦ ਹੀ ਆਪਦਾ ਪਤਾ ਦੇਣ ਵਾਸਤੇ ਸੰਸਾਰ ਵਿੱਚ ਆਉਂਦਾ ਹੈ। ਦੇਖਣ ਵਿੱਚ ਜ਼ਰੂਰ ਉਹ ਇਨਸਾਨ ਹੁੰਦਾ ਹੈ, ਲੇਕਿਨ ਉਹਦਾ ਹੋਰ ਵੀ ਰੂਪ ਹੁੰਦਾ ਹੈ, ਜਿਸ ਨੂੰ ਸਵਾਮੀ ਜੀ ਮਹਾਰਾਜ ਨੇ ਕਿਹਾ, ਗੁਰੂ ਮੋਏ ਆਪਣਾ ਰੂਪ ਦਿਖਾਓ, ਇਹ ਤੇ ਰੂਪ ਸਵਾ ਤੁਮ ਧਾਰੋ, ਪਰ ਉਹ ਵੀ ਦਰਸਾਓ। ਜਿਹੜੇ ਰੂਪ ਵਿੱਚ ਤੂੰ ਸਦਾ ਰਹਿੰਦੇ ਹੋ ਉਹ ਰੂਪ ਮੈਨੂੰ ਦਿਖਾਓ। ਇਹ ਵੀ ਰੂਪ ਪਿਆਰਾ ਮੋਕੋ, ਇਹ ਵੀ ਰੂਪ ਜਿਹੜਾ ਤੁਸੀਂ ਸਰਗੁਣ ਧਾਰਨ ਕੀਤਾ ਹੈ ਇਹ ਵੀ ਮੈਨੂੰ ਪਿਆਰਾ ਹੈ, ਇਹ ਵੀ ਅੱਛਾ ਹੈ। ਅਗਰ ਇਹ ਨਾ ਮਿਲਦਾ ਤਾਂ ਮੈਂ ਅੰਤਰੀ ਸਰੂਪ ਸ਼ਬਦ ਸਰੂਪ ਨੂੰ ਪ੍ਰਾਪਤ ਹੀ ਨਾ ਕਰ ਸਕਦਾ। ਸੋ ਇਸ ਤਰ੍ਹਾਂ ਦੇ ਉਹਨਾਂ ਦੇ ਮਿੱਠੇ ਬੋਲ ਸਨ, ਪਿਆਰੇ ਸਨ। ਅੱਜ ਦੇ ਦਿਨ ਦੀ ਉਹਨਾਂ ਨੇ ਬੜੀ ਹੀ ਮਹਿਮਾ ਗਾ ਕੇ ਮੈਨੂੰ ਸੁਣਾਈ। ਉਸ ਜਿਹੜਾ ਦਿਨ ਸੀ, ਉਹ ਜਿਹੜਾ ਟਾਈਮ ਸੀਗਾ, ਉਹ ਸਦਾ ਯਾਦ ਰਹਿੰਦਾ ਹੈ, ਕਿਉਂਕਿ ਉਹਨਾਂ ਨੇ ਦੱਸਿਆ ਕਿ ਪੂਰਾ ਗੁਰੂ ਜਿਹੜਾ ਹੁੰਦਾ ਹੈ ਉਹ ਕਦੇ ਕਿਸੇ ਦੇ ਦੁੱਖ ਨੂੰ ਦੇਖ ਕੇ ਸਹਿ ਜਰ ਨਹੀਂ ਸਕਦਾ ਹੁੰਦਾਗਾ। ਉਹ ਕਿਉਂਕਿ ਉਹਦੇ ਦਿਲ ਅੰਦਰ ਦਇਆ ਹੁੰਦੀ ਹੈ, ਪਰਉਪਕਾਰ ਉਹਦੇ ਦਿਲ ਅੰਦਰ ਸਦਾ ਹੀ ਸਮਾਇਆ ਹੁੰਦਾ ਹੈ। ਉਹ ਉਹਦੇ ਖੁਸ਼ ਹੁੰਦਾ ਹੈ ਜਿੱਦੇ ਕਿਸੇ ਦਾ ਭਲਾ ਕਰ ਲਵੇ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਉਹਨਾਂ ਦੀ ਯਾਦ ਦੇ ਵਿੱਚ ਅੱਜ ਆਪਾਂ ਨੂੰ ਮੌਕਾ ਹੈ, ਇਕੱਠੇ ਹੋ ਕੇ ਬੈਠੇ हैं ਔਰ ਕੁਛ ਉਹਨਾਂ ਦੀ ਯਾਦ ਦੇ ਭਜਨ ਗੁਰਮੇਲ ਤੁਹਾਨੂੰ ਸੁਣਾਵੇਗਾ। ਸੁਣੋ। ਸਾਵਣ ਚੰਨ ਵਰਗਾ ਹੈ ਦੁਨੀਆ ਤੋਂ ਸੋਹਣਾ, ਸਾਵਣ ਚੰਨ ਵਰਗਾ ਹੈ ਦੁਨੀਆ ਤੋਂ ਸੋਹਣਾ, ਸਾਵਣ ਚੰਨ ਵਰਗਾ ਤੇਰੇ ਉਤੋਂ ਵਾਰ ਦੇਵਾਂ ਜਿੰਦ ਜਾਨ ਵੇ, ਤੇਰੇ ਬਿਨਾ ਸੁਨਾ ਦਿਸਦਾ ਜਹਾਨ ਵੇ, ਤੇਰੇ ਉਤੋਂ ਵਾਰ ਦੇਵਾਂ ਜਿੰਦ ਜਾਨ ਵੇ, ਤੇਰੇ ਬਿਨਾ ਸੁਨਾ ਦਿਸਦਾ ਜਹਾਨ ਵੇ। ਮੈਂ ਤਾਂ ਚੰਨ ਅਸਮਾਨੀ ਸੋਹਣਾ, ਸਾਵਣ ਚੰਨ ਵਰਗਾ ਹੈ ਦੁਨੀਆ ਤੋਂ ਸੋਹਣਾ, ਸਾਵਣ ਚੰਨ ਵਰਗਾ। ਸਾਵਣ ਦਾ ਖਿਆਲ ਮੈਨੂੰ ਹਰ ਵੇਲੇ ਰਹਿੰਦਾ ਵੇ, ਤੂੰ ਮੇਰਾ ਮੇਰਾ ਤੈਨੂੰ ਸਾਰਾ ਜੱਗ ਕਹਿੰਦਾ ਵੇ। ਸਾਵਣ ਦਾ ਖਿਆਲ ਮੈਨੂੰ ਹਰ ਵੇਲੇ ਰਹਿੰਦਾ ਵੇ, ਤੂੰ ਮੇਰਾ ਮੇਰਾ ਤੈਨੂੰ ਸਾਰਾ ਜੱਗ ਕਹਿੰਦਾ ਵੇ। ਤੈਨੂੰ ਦਿਲ ਦਾ ਹਾਲ ਸੁਣਾਉਣਾ, ਸਾਵਣ ਚੰਨ ਵਰਗਾ ਹੈ ਦੁਨੀਆ ਤੋਂ ਸੋਹਣਾ, ਸਾਵਣ ਚੰਨ ਵਰਗਾ। ਗੋਰੇ ਗੋਰੇ ਮੁਖੜੇ ਦਿਲ ਸੋਹਣਾ ਲੱਗਦਾ, ਅਜਾਇਬ ਦਾ ਤੱਕ ਤੱਕ ਦਿਲ ਨਹੀਂ ਥੱਕਦਾ। ਗੋਰੇ ਗੋਰੇ ਮੁਖੜੇ ਦਿਲ ਸੋਹਣਾ ਲੱਗਦਾ, ਅਜਾਇਬ ਦਾ ਤੱਕ ਤੱਕ ਦਿਲ ਨਹੀਂ ਥੱਕਦਾ। ਸਾਵਨ ਜਿਹੜਾ ਜਹਾਨ ਤੇ ਨਹੀਂ ਹੋਣਾ, ਸਾਵਣ ਚੰਨ ਵਰਗਾ ਹੈ ਦੁਨੀਆ
तो सोना सावन चन वर्गा है दुनिया तो सोना सावन चन वर्गा। लिख चिट्ठियां लिख चिट्ठियां लिख चिट्ठियां सावण नू पावां देर न लायड़िया अनामी देश बसंदिया वतनी आयड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया अनामी देश बसंदिया वतनी आयड़िया। अज सावण महीने आए वे सखियां ने पींगे पाए वे अज सावण महीने आए वे सखियां ने पींगे पाए वे मैनू तेरी याद सतावे वे तू कर आयड़िया हो देर न लायड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया अनामी देश बसंदिया वतनी आयड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया अनामी देश बसंदिया वतनी आयड़िया। मैं रोज उड़ीकां रखियां वे बागां विच अंबियां पक्कियां वे मैं रोज उड़ीकां रखियां वे बागां विच अंबियां पक्कियां वे अज मौसम रंग रंगीले खुशी लियायड़िया देर न लायड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया अनामी देश बसंदिया वतनी आयड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया अनामी देश बसंदिया वतनी आयड़िया। जदों बदल रिम झिम लाए वे उदों गीत कोयल ने गाए वे जदों बदल रिम झिम लाए वे उदों गीत कोयल ने गाए वे पिपली पींगा पाइयां आन चुटायड़िया हो देर न लायड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया अनामी देश बसंदिया वतनी आयड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया अनामी देश बसंदिया वतनी आयड़िया। अज अंबर बरसे पानी वे मेरा दूर वसेंदा हानी वे अज अंबर वरसे पानी वे मेरा दूर वसेंदा हानी वे अज फेर बहारां आईयां तू ही आयड़िया
हो देर न लायड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया। अनामी देश बसंदिया वतनी आयड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया। अनामी देश बसंदिया वतनी आयड़िया। मेरी झांझर छण छण बोले वे, कोई भेद दिलां दे खोले वे। मेरी झांझर छण छण बोले वे, कोई भेद दिलां दे खोले वे। आ जाए बुध झांझर दा छणकाटा सुनदा जायड़िया। हो देर न लायड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया। अनामी देश बसंदिया वतनी आयड़िया। लिख चिट्ठियां लिख चिट्ठियां लिख चिट्ठियां सावण नू पावां देर न लायड़िया। अनामी देश बसंदिया वतनी आयड़िया। ਉਹ ਬੜੇ ਭਾਗਾਂ ਵਾਲੇ ਜੀਵ ਸਨ ਜਿਨ੍ਹਾਂ ਨੇ ਐਸੇ ਮਹਾਨ ਸਤਿਗੁਰੂ ਬਾਬਾ ਸਾਵਨ ਸਿੰਘ ਦੇ ਦਰਸ਼ਨ ਕੀਤੇ। ਉਹਨਾਂ ਦੇ ਸਰੂਪ ਦੀ ਤਾਂ ਮਹਿਮਾ ਕਰੀ ਨਹੀਂ ਜਾ ਸਕਦੀ। ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ ਨੂੰ ਮੌਕਾ ਮਿਲਿਆ ਹੈ, ਉਹਨਾਂ ਨੂੰ ਹੀ ਪਤਾ ਹੈ ਕਿ ਕਿਸ ਤਰ੍ਹਾਂ ਦੀ ਖਿੱਚ ਸੀ ਉਹਨਾਂ ਦੇ ਦਿਲ ਅੰਦਰ, ਸਾਡੇ ਉੱਤੇ ਕਿੰਨਾ ਉਹਨਾਂ ਦੇ ਦਿਲ ਵਿੱਚ ਉਪਕਾਰ ਔਰ ਦਇਆ ਸੀਗੀ। ਤੋ ਮਹਾਰਾਜ ਕਿਰਪਾਲ ਨੇ ਉਸ ਵਕਤ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਦੇਖ ਬਈ, ਜਿਨ੍ਹਾਂ ਦੇ ਦਿਲ ਅੰਦਰ ਤੜਫ ਹੁੰਦੀ ਹੈ, ਵਿਰੋਹ ਹੁੰਦੀ ਹੈ, ਉਹਨਾਂ ਤੇ ਜੋ ਗੁਜ਼ਰਦੀ ਹੈ ਉਹ ਹੀ ਜਾਣਦੇ ਹੈ। ਉਹਨਾਂ ਨੇ ਇੱਕ ਦੁਨਿਆਵੀ ਪਿਆਰ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਮਜਨੂ ਦਾ ਲੇਲਾ ਦੇ ਨਾਲ ਪਿਆਰ ਸੀਗਾ। ਉਹਦੇ ਦਿਲ ਵਿੱਚ ਤੜਪ ਉੱਠੀ। ਰਾਤ ਦਾ ਟਾਈਮ ਸੀਗਾ। ਇੱਕ ਤਰਫੋਂ ਹਵਾ ਆ ਰਹੀ ਸੀ ਜਿਹੜੀ ਕਿ ਲੇਲਾ ਬਾਦਸ਼ਾਹ ਦੀ ਲੜਕੀ ਸੀ, ਉਹਦੇ ਮਹੱਲ ਨੂੰ ਜਾ ਰਹੀ ਸੀਗੀ। ਉਹ ਉਸ ਹਵਾ ਨੂੰ ਸੁਨੇਹੇ ਦੇਣ ਲੱਗਿਆ, ਕਹਿਣ ਲੱਗਿਆ, ਦੇਖ ਮੈਂ ਜਿਸਮਾਨੀ ਤੌਰ ਤੇ ਤਾਂ ਉਹਦੇ ਪਾਸ ਜਾ ਨਹੀਂ ਸਕਦਾ, ਉਹ ਤਾਂ ਮਹੱਲਾਂ ਦੇ ਅੰਦਰ ਖਰਾਟੇ ਮਾਰਦੀ ਹੋਏਗੀ, ਪਰ ਤੂੰ ਮੇਰੀ ਸੰਦੇਸ਼ ਤਾਂ ਲੈ ਜਾ, ਉਹਦੇ ਨਾਲ ਛੂਹ ਕੇ ਦੱਸੀ ਕਿ ਕੋਈ ਫਕੀਰ ਤੈਨੂੰ ਯਾਦ ਕਰਦਾ ਹੈ। ਉਸ ਵੇਲੇ ਮਹਾਰਾਜ ਕਿਰਪਾਲ ਦੀਆਂ ਅੱਖਾਂ 'ਚੋਂ ਪਿਆਰ ਭਰਿਆ ਪਾਣੀ ਵੀ ਛਲਕ ਰਿਹਾ ਸੀਗਾ। ਉਹ ਦੇਖਣ ਵਾਲੇ ਨੂੰ ਤਾਂ ਪਾਣੀ ਹੀ ਲੱਗਦਾ ਸੀਗਾ। ਸੱਚਾਈ ਤਾਂ ਇਹ ਹੈ ਕਿ ਉਹ ਪਾਣੀ ਨਹੀਂ ਸੀਗਾ, ਉਹ ਇੱਕ ਇੱਕ ਬੂੰਦ ਦੇ ਵਿੱਚੋਂ ਅੰਮ੍ਰਿਤ ਟਪਕਦਾ ਸੀਗਾ। ਉਹਦੇ ਵਿੱਚੋਂ ਸੂਰਜ ਤੋਂ ਵੀ ਵੱਧ ਰਿਸ਼ਮਾ ਕਿਰਨਾਂ ਨਿਕਲ ਰਹੀਆਂ ਸੀਗੀਆਂ, ਜਿਹੜੀਆਂ ਕਿ ਪ੍ਰਕਾਸ਼ ਦੇ ਨਾਲ ਉਹ ਜਗ੍ਹਾ ਹੀ ਭਰੀ ਹੋਈ ਸੀ, ਉਹ ਕਮਰਾ ਹੀ ਭਰਿਆ ਹੋਇਆ ਸੀਗਾ। ਸੋ ਉਹਦੇ ਦਿਲ ਅੰਦਰ ਜੋ ਦਰਦ ਸੀ ਆਪਦੇ ਗੁਰੂ ਵਾਸਤੇ, ਉਹ ਹੀ ਜਾਣਦਾ ਹੁੰਦਾ ਹੈ। ਮੈਂ ਕਹਿਣਾ ਹੁੰਦਾ ਹੈ ਕਿ ਜਿਹਨੂੰ ਇੱਕ ਵਾਰੀ ਝਲਕ ਮਿਲ ਜਾਵੇ ਅੰਦਰੋਂ, ਜਿਹਨੂੰ ਇੱਕ ਵਾਰੀ ਪਿਆਰ ਮਿਲ ਜਾਵੇ, ਫਿਰ ਉਸ ਨੂੰ ਵਿਛੋੜਾ ਹੋ ਜਾਵੇ, ਫਿਰ ਜੋ ਉਹਦੇ ਨਾਲ ਬੀਤਦੀ ਹੈ ਉਹੀ ਜਾਣਦਾ ਹੈ। ਜੋ ਮਹਾਰਾਜ ਦੇ ਨਾਲ ਸਾਵਣ ਦੇ ਚਲੇ ਜਾਣ ਤੋਂ ਬਾਅਦ ਕਿਰਪਾਲ ਨਾਲ ਬੀਤੀ, ਉਹ ਉਹੀ ਜਾਣਦਾ ਹੈ। ਉਹ ਰਿਸ਼ੀਕੇਸ਼ ਦੇ ਜੰਗਲਾਂ ਵਿੱਚ ਉੱਠ ਗਿਆ, ਸਭ ਕੁਝ ਛੱਡ ਛਡਾ ਕੇ ਕਿ ਦੁਨੀਆ ਵਿੱਚ ਹੁਣ ਕੀ ਹੈ। ਫਿਰ ਵੀ ਸੰਗਤ ਦਾ ਪਿਆਰ, ਸੰਗਤ ਦਾ ਪ੍ਰੇਮ ਉਹਨਾਂ ਨੂੰ ਸੰਸਾਰ ਵਿੱਚ ਖਿੱਚ ਕੇ ਲੈ ਆਇਆ। ਸੋ ਉਹ ਸਦਾ ਕਹਿੰਦੇ ਰਹੇ ਕਿ ਮੈਂ ਤਾਂ ਜੰਗਲਾਂ ਪਹਾੜਾਂ ਦੇ ਵਿੱਚ ਰਹਿਣ ਵਾਲਾ ਸੀਗਾ, ਮੇਰਾ ਮਕਾਨਾਂ ਵਿੱਚ ਰਹਿਣ ਦਾ ਜਾਂ ਇੱਥੇ ਆਉਣ ਦਾ, ਮਕਾਨਾਂ ਨੂੰ ਬਣਾਉਣ ਦਾ ਤਾਂ ਕੋਈ ਮਕਸਦ ਹੀ ਨਹੀਂ ਸੀਗਾ। ਸੋ ਇਸ ਵਾਸਤੇ ਉਹਨਾਂ ਦੇ ਤੜਫ ਦੀ ਮੈਂ ਕੀ ਮਹਿਮਾ ਕਰਾਂ। ਪਿਆਰਿਓ, ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਸਾਵਣ ਦਾ ਕੱਦ ਸੀ,
ਇਹ ਤਾਂ ਇੱਕ ਦੁਨਿਆਵੀ ਕਦ ਸੀ। ਕਿਸ ਤਰ੍ਹਾਂ ਉਹਨਾਂ ਦੇ ਮੂੰਹ ਦੇ ਉੱਤੇ ਜਿਹੜਾ ਤਿਲ ਸੀ, ਗੋਰੀ ਜੀ ਗੱਲ ਦੇ ਉੱਤੇ ਫੱਬਦਾ ਸੀ, ਉਹਨਾਂ ਦੀ ਜਿਹੜੀ ਤੋਰ ਸੀ ਉਹ ਇੱਕ ਚਕੋਰ ਜੈਸੀ ਤੋਰ ਸੀ। ਐਸਾ ਹੀ ਕਦ, ਐਸਾ ਹੀ ਸ਼ਾਨ, ਉਹ ਪਰਮ ਦਿਆਲੂ ਉਹਨਾਂ ਦੇ ਪਿਆਰੇ ਸ਼ਿਸ਼ ਰੂਹਾਨੀ ਪੁੱਤਰ ਦਾ ਸੀਗਾ। ਸੋ ਮਹਾਰਾਜ ਜੀ ਕਹਿੰਦੇ ਹੁੰਦੇ ਸੀਗੇ ਕਿ ਉਹ ਪ੍ਰਮਾਤਮਾ ਇੱਕ ਹੈ। ਪ੍ਰਮਾਤਮਾ ਨੇ ਕੋਈ ਸਮਾਜ ਨਹੀਂ ਬਣਾਇਆ, ਨਾ ਉਹ ਕਿਸੇ ਸਮਾਜ ਨੂੰ ਉਹਨੇ ਅਖਤਿਆਰ ਹੀ ਦਿੱਤਾ ਹੈ ਕਿ ਮੈਂ ਫਲਾਣੇ ਸਮਾਜ ਨੂੰ ਜਾਂ ਸਿੱਖ ਸਮਾਜ ਨੂੰ ਮਿਲੂੰਗਾ ਜਾਂ ਹਿੰਦੂਆਂ ਦੇ ਸਮਾਜ ਨੂੰ ਮਿਲੂੰਗਾ ਜਾਂ ਮੁਸਲਮਾਨਾਂ ਦੇ ਜਾਂ ਈਸਾਈਆਂ ਦੇ ਨੂੰ ਮਿਲੂੰਗਾ। ਉਹ ਸਾਰਿਆਂ ਦੇ ਅੰਦਰ ਬੈਠਾ ਹੈ, ਸਭ ਦੀ ਅੰਦਰੋਂ ਹੀ ਇੰਤਜ਼ਾਰ ਕਰਦਾ ਹੈ। ਜਿਹਨੂੰ ਵੀ ਮਿਲਦਾ ਹੈ ਉਹਨੂੰ ਅੰਦਰੋਂ ਹੀ ਮਿਲਦਾ ਹੈ। ਭਾਈ ਜਾਂ ਪੁਜਾਰੀ ਲੋਕਾਂ ਨੂੰ ਤਾਂ ਪ੍ਰਮਾਤਮਾ ਦੀਆਂ ਗੱਲਾਂ ਕਰਕੇ ਸੁਣਾਉਂਦੇ ਹੈ, ਲੇਕਿਨ ਖੁਦ ਪ੍ਰਮਾਤਮਾ ਦੇ ਮੁਤਲਕ ਗਿਆਨ ਨਹੀਂ ਹੁੰਦਾ ਗਾ। ਔਰ ਉਹ ਹੋਰ ਤਾਂ ਲੋਕ ਜਿਹੜੇ ਉਹਨਾਂ ਦੇ ਮਗਰ ਲੱਗਦੇ ਆ ਡੁੱਬਦੇ ਹੀ ਹੈ, ਉਹ ਖੁਦ ਆਪ ਡੁੱਬੇ ਹੁੰਦੇ ਆ। ਗੁਰੂ ਨਾਨਕ ਨੇ ਕਿਹਾ, ਜੋ ਡੁੱਬੰਦੇ ਆਪ ਸੇ ਤਾਰੇ ਕਿਨਕੇ, ਤਰੰਦੜੋਂ ਵੀ ਤਾਰ ਨਾਨਕ ਪਿਰਸੋ ਰਤਿਆ। ਜੋ ਆਪ ਡੁੱਬੇ ਆ ਉਹ ਦੂਸਰਿਆਂ ਨੂੰ ਕਿਸ ਤਰ੍ਹਾਂ ਤਾਰ ਸਕਦੇ ਆ। ਜਿਹੜੇ ਤਰਨ ਜਾਣਦੇ ਆ ਉਹੀ ਦੂਸਰਿਆਂ ਨੂੰ ਤਾਰੀ ਸਿਖਾ ਸਕਦੇ ਹੈ ਔਰ ਉਹਦੇ ਵਿੱਚ ਮਦਦ ਵੀ ਕਰ ਸਕਦੇ ਆ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿਣ ਲੱਗੇ ਕਿ ਪਹਿਲਾਂ ਜੋ ਵੰਡ ਸੀਗੀ ਉਹ ਸੰਸਾਰ ਦੀ, ਉਹ ਕਰਮ ਤੋਂ ਹੁੰਦੀ ਸੀ। ਜੈਸਾ ਕੋਈ ਕਰਮ ਕਰਦਾ ਸੀ ਵੈਸਾ ਨਾਂ ਪੈਂਦਾ ਸੀਗਾ। ਅਗਰ ਕੋਈ ਪੜ੍ਹਾਈ ਦੇ ਖੇਤਰ ਦੇ ਵਿੱਚ ਲੱਗਿਆ ਹੋਇਆ ਹੈ, ਪੜ੍ਹਾਈ 'ਚ ਲੱਗਿਆ ਹੋਇਆ ਹੈ, ਉਸ ਨੂੰ ਪੰਡਤ ਕਹਿੰਦੇ ਸੀਗੇ। ਔਰ ਜਿਹੜਾ ਵਪਾਰ ਦਾ ਕੰਮ ਕਰਦਾ ਹੈ ਉਸ ਨੂੰ ਸ਼ੂਦਰ ਵੈਸ਼ ਕਹਿੰਦੇ ਸੀਗੇ। ਔਰ ਜਿਹੜਾ ਉਦੋਂ ਛੋਟਾ ਕੰਮ ਕਰਦਾ ਹੈ ਉਸ ਨੂੰ ਸ਼ੂਦਰ ਕਹਿੰਦੇ ਸੀਗੇ। ਜੋ ਆਰਮੀ ਦਾ ਕੰਮ ਕਰਦਾ, ਆਰਮੀ ਦੇ ਵਿੱਚ ਜਾਂਦਾ, ਫੌਜ ਵਿੱਚ ਜਾਂਦਾ ਹੈ, ਉਸ ਨੂੰ ਕੁਸ਼ਤਰੀ ਕਹਿੰਦੇ ਸੀਗੇ, ਜਿਸ ਦੇ ਭੁਜਾ ਦੇ ਵਿੱਚ ਬਲ ਸੀਗਾ, ਮਜ਼ਬੂਤ ਸੀ ਇਰਾਦੇ ਦਾ। ਸੋ ਹੌਲੀ ਹੌਲੀ ਲੋਕ ਕਰਮ ਦੀ ਵੰਡ ਕਰਨੋਂ ਹਟ ਗਏ, ਕਿਉਂਕਿ ਇੱਕ ਬ੍ਰਾਹਮਣ ਸ਼ੂਦਰ ਬਣ ਸਕਦਾ ਸੀਗਾ, ਵੈਸ਼ ਬਣ ਸਕਦਾ ਸੀ, ਵੈਸ਼ ਬ੍ਰਾਹਮਣ ਬਣ ਸਕਦਾ ਸੀਗਾ। ਜੈਸਾ ਕਿਸੇ ਦਾ ਕਰਮ ਸੀ ਵੈਸਾ ਨਾਂ ਪੈਂਦਾ ਸੀਗਾ। ਹੌਲੀ ਹੌਲੀ ਲੋਕ, ਅੱਜ ਸਾਨੂੰ ਪਤਾ ਹੀ ਹੈ ਕਿ ਜਾਤੀ ਤੋਂ ਵੰਡ ਕਰਨ ਲੱਗੇ ਹੈ। ਜਿਸ ਜਾਤੀ ਵਿੱਚ ਕੋਈ ਪੈਦਾ ਹੁੰਦਾ ਹੈ, ਬ੍ਰਾਹਮਣ ਦੇ ਘਰ ਜੰਮੇ ਨੂੰ ਬ੍ਰਾਹਮਣ ਕਹਿੰਦੇ ਹੈ, ਬੇਸ਼ੱਕ ਉਹਦਾ ਕਰਮ ਕੈਸਾ ਵੀ ਚੰਡਾਲਾਂ ਵਾਲਾ ਕਿਉਂ ਨਾ ਹੋਵੇ। ਮੈਂ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਦੱਸਦਾ ਹੁੰਦਾ ਹੈ। ਮੇਰੇ ਪਿਛਲੇ ਪਿੰਡ ਦਾ ਇੱਕ ਬ੍ਰਾਹਮਣ ਹੁੰਦਾ ਸੀਗਾ ਗੰਗਾ ਨਗਰ ਦੇ ਵਿੱਚ, ਕਿਉਂਕਿ ਸਾਰਿਆਂ ਨੂੰ ਪਹਿਲਾਂ ਮੈਂ ਜ਼ਮੀਨ ਪੰਜਾਬ 'ਚੋਂ ਆ ਕੇ ਮਾਂਝੂ ਵਾਸੰਦਰੀ ਖਰੀਦੀ ਸੀਗੀ। ਤੇ ਉੱਥੋਂ ਦਾ ਹੀ ਉਹ ਪੰਡਤ ਸੀਗਾ। ਇੱਕ ਦਿਨ ਉਹ ਆਪਦੇ ਝੋਲੇ ਵਿੱਚ ਮੀਟ ਪਾ ਕੇ ਖੜਾ ਹੋਇਆ, ਸ਼ਰਾਬ ਦੀ ਬੋਤਲ ਵੀ ਉਹ ਝੋਲੇ ਦੇ ਅੰਦਰ ਸੀ। ਅਸੀਂ ਸ਼ਾਮ ਨੂੰ ਇੱਕ ਆਪਦੀ ਜੀਪ ਤੇ ਜਾਂਦੇ ਸੀਗੇ ਪਿੰਡ ਨੂੰ, ਔਰ ਉਹ ਪਿੰਡ ਦਾ ਹੋਣ ਕਰਕੇ ਉਸ ਨੂੰ ਆਵਾਜ਼ ਮਾਰੀ ਬਈ ਆ ਵੀ ਪੰਡਤ ਜੀ ਆਪਾਂ ਚੱਲੀਏ। ਸਚਾਈ ਇਹ ਹੈ ਕਿ ਜਦ ਮੈਂ ਮਿੱਠੇ ਜਿਹੇ ਬੋਲ ਨਾਲ ਉਹਨੂੰ ਪੰਡਤ ਜੀ ਕਿਹਾ ਤੇ ਉਹ ਬੜਾ ਹੀ ਸ਼ਰਮਿੰਦਾ ਹੋਇਆ। ਮੇਰੇ ਪਾਸ ਆ ਕੇ ਕਹਿਣ ਲੱਗਿਆ ਕਿ ਮੈਂ ਹੁਣ ਪੰਡਤ ਨਹੀਂ ਗਾ, ਮੈਥੋਂ ਵੱਧ ਹੋਰ ਬੁਰਾ ਆਦਮੀ ਕੋਈ ਹੋ ਹੀ ਨਹੀਂ ਸਕਦਾ ਗਾ। ਜੇ ਮੈਨੂੰ ਚੰਡਾਲ ਕਹਿ ਲਓ ਤਾਂ ਕੋਈ ਬੁਰੀ ਬਾਤ ਨਹੀਂ। ਉਹਨੇ ਆਪਦੀ ਹਾਲਤ ਦੱਸੀ, ਜੋ ਕੋਲੇ ਸਮਾਨ ਸੀ ਉਹ ਵੀ ਦੱਸਿਆ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਅੱਜ ਅਸੀਂ ਜਾਤੀ ਤੋਂ ਮੰਨਦੇ ਹਾਂ। ਜੈਸੀ ਜਾਤੀ ਵਿੱਚ ਕੋਈ ਪੈਦਾ ਹੁੰਦਾ ਹੈ, ਬੇਸ਼ੱਕ ਉਹਦੇ ਕਰਮ ਕਿੱਡੇ ਵੀ ਚੰਗੇ ਕਿਉਂ ਨਾ ਹੋਣ। ਰਵਿਦਾਸ ਜਿਹੜਾ ਸੀਗਾ ਉਹ ਪਰਮ ਸੰਤ ਸੀ, ਪੂਰਨ ਸੰਤ ਸੀ, ਪ੍ਰਮਾਤਮਾ ਦਾ ਰੂਪ ਸੀ। ਲੋਕ ਚਮਾਰ ਕਰਕੇ ਉਸ ਤੋਂ ਦੂਰ ਰਹਿੰਦੇ ਸਨ, ਲੇਕਿਨ ਫਿਰ ਵੀ ਬੜੇ ਬੜੇ ਰਾਜੇ ਮਹਾਰਾਜੇ ਉਸ ਦੇ ਆ ਕੇ ਸੇਵਕ ਬਣੇ, ਉਹ ਤੋਂ ਫਾਇਦਾ ਉਠਾਇਆ। ਇਹ ਭਾਗਾਂ ਦੀ ਬਾਤ ਹੁੰਦੀ ਹੈ। ਕਬੀਰ ਸਾਹਿਬ ਮੁਸਲਮਾਨ ਜਲਾਹਿਆਂ ਅੰਦਰ ਪੈਦਾ ਹੋਏ, ਲੇਕਿਨ ਬਹੁਤ ਸਾਰੇ ਲੋਕ ਉਹਨਾਂ ਨਾਲ ਨਫ਼ਰਤ ਕਰਦੇ ਸੀ, ਲੇਕਿਨ ਬੜੇ ਬੜੇ ਪੰਡਤ ਲੋਕ ਵੀ ਆ ਕੇ ਉਹਨਾਂ ਤੋਂ ਫਾਇਦਾ ਉਠਾ ਕੇ ਆਪਣਾ ਗੁਰੂ ਧਾਰਨ ਕਰ ਲਿਆ। ਸੋ ਕਹਿਣ ਦਾ ਭਾਵ ਕਿ ਪਹਿਲੇ ਜ਼ਮਾਨੇ ਦੇ ਅੰਦਰ ਜੋ ਸੰਤਾਂ ਤੋਂ ਨਾਮ ਲੈ ਕੇ ਉਸ ਨਾਮ ਦੀ ਕਮਾਈ ਕਰਦਾ ਸੀਗਾ, ਮਨ ਇੰਦਰੀਆਂ ਦੇ ਘਾਟ ਤੋਂ ਉੱਪਰ ਜਾ ਕੇ ਆਪਦੀ ਆਤਮਾ ਨੂੰ ਗੁਰੂ ਦੀ ਦਇਆ ਦੇ ਨਾਲ ਸੱਚਖੰਡ ਪਹੁੰਚਾ ਲੈਂਦਾ ਸੀ। ਉਹੀ ਉਹਨਾਂ ਦੇ ਬਾਅਦ ਉਹਨਾਂ ਦਾ ਉੱਤਰਾਧਿਕਾਰੀ ਜਾਂ ਉਹਨਾਂ ਦੇ ਥਾਂ ਜੀਵਾਂ ਦੀ ਅਗਵਾਈ ਕਰਦਾ ਸੀਗਾ। ਲੇਕਿਨ ਅੱਜ ਦੀ ਤਰ੍ਹਾਂ ਨਹੀਂ ਗਾ ਕਿ ਉਹਨਾਂ ਦੇ ਘਰ ਜੰਮਿਆਂ ਨੂੰ ਹੀ ਅਸੀਂ ਸੰਤ ਮਹਾਤਮਾ ਕਹਿੰਦੇ ਹੈ। ਆਪ ਪਿਆਰ ਨਾਲ ਕਹਿੰਦੇ ਹੈ, ਕਬੀਰ ਸਾਹਿਬ ਕਹਿੰਦੇ ਹੈ, ਭਗਤੀ ਤਾਂ ਚੁਗਾਨ ਦੀ ਗੇਂਦ ਹੁੰਦੀ ਹੈ,
ਕੋਈ ਵੀ ਜਾਤੀ ਦਾ ਕਰੇ। ਗੁਰੂ ਨਾਨਕ ਕਹਿੰਦੇ ਆ ਚਾਹੇ ਕੋਈ ਪੁੱਤ ਕਰੇ, ਚਾਹੇ ਭਰਾ ਕਰੇ, ਚਾਹੇ ਕੋਈ ਸੇਵਕ ਕਰੇ, ਔਰਤ ਕਰੇ, ਮਰਦ ਕਰੇ, ਇਹ ਤਾਂ ਭਗਤੀ ਉਸ ਦੀ ਹੈ। ਸੋ ਜਿਹੜਾ ਕੋਈ ਕਰੇ, ਲੇਕਿਨ ਜੇ ਅਸੀਂ ਇਹ ਕਹੀਏ ਕਿ ਇਹ ਉਹਦੇ ਘਰੇ ਜੰਮਿਆ ਹੈ, ਉਹੀ ਉਹਦਾ ਭਗਤ ਹੋ ਸਕਦਾ ਹੈ, ਤਾਂ ਮਹਾਰਾਜ ਸਾਵਣ ਸਿੰਘ ਬੜੇ ਪਿਆਰ ਨਾਲ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਅਸੀਂ ਬਾਬਾ ਜੈਮਲ ਸਿੰਘ ਦੀ ਸੰਗਤ ਦੇ ਅੰਦਰ ਆ ਗਏ, ਨਾਮਦਾਨ ਮਿਲ ਗਿਆ। ਪਿਛਲੇ ਅੱਜ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਉਹ ਸੋਢੀ ਬੇਦੀ ਲੋਕ ਜਿਹੜੇ ਹੈਗੇ ਆ, ਜਾਂ ਉਹ ਦੀਵਾਨੇ ਲੋਕ ਜਿਹੜੇ ਹੈਗੇ ਹੈ, ਪ੍ਰਿਥੀ ਚੰਦ ਦੀ ਔਲਾਦ ਦੇ ਲੋਕ, ਉਹ ਵੀ ਘਰਾਂ ਦੇ ਅੰਦਰ ਉਗਰਾਹੀ ਕਰਨ ਵਾਸਤੇ ਆਉਂਦੇ ਆ। ਸੋਢੀ ਵੀ ਆਉਂਦੇ ਆ, ਬੇਦੀਆਂ ਦੇ ਵੀ ਆਉਂਦੇ ਆ। ਸਾਡੇ ਘਰਾਂ ਵਿੱਚ ਵੀ ਉਹ ਲੋਕ ਸਾਲ ਤੋਂ ਦਾਣੇ ਮੰਗਣ ਵਾਸਤੇ ਹੁਣ ਵੀ ਆਉਂਦੇ ਹੈ, ਔਰ ਆ ਕੇ ਉਹ ਸੱਥ ਵਿੱਚ ਬੈਠ ਜਾਂਦੇ ਆ। ਜੋ ਕਿਸੇ ਨੂੰ ਸ਼ਰਧਾ ਹੈ ਤੇ ਉਹ ਪਾਉਂਦੇ ਆ। ਲੋਕ ਕਹਿੰਦੇ ਆ ਭਾਈ ਭਾਈ ਕੇ ਆਏ ਆ, ਗੁਰੂ ਕੇ ਆਏ ਹੈ। ਸੋ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ ਸਾਡੇ ਵੀ ਘਰ ਅੰਦਰ ਇੱਕ ਐਸਾ ਆਉਂਦਾ ਹੁੰਦਾ ਸੀਗਾ। ਮੈਂ ਕਿ ਕੀ ਕੀਤਾ, ਪਹਿਲਾਂ ਤਾਂ ਉਹਨੇ 1 ਰੁਪਇਆ ਅਸੀਂ ਦਿੰਦੇ ਹੁੰਦੇ ਸੀਗੇ। ਉਸ ਦਫਾ ਜਦੋਂ ਪੂਰਾ ਗੁਰੂ ਮਿਲਿਆ, ਨਾਮ ਮਿਲ ਗਿਆ, ਤਾਂ 10 ਰੁਪਏ ਦਿੱਤੇ ਔਰ ਉਸ ਨੂੰ ਪਿਆਰ ਨਾਲ ਸਮਝਾ ਦਿੱਤਾ, ਲੈ ਬਈ ਹੁਣ ਸਾਨੂੰ ਪੂਰੇ ਗੁਰੂ ਮਿਲ ਗਏ ਆ, ਹੁਣ ਤੇਰੀ ਸਾਡੇ ਘਰ ਵਿੱਚ ਆਉਣ ਦੀ ਜ਼ਰੂਰਤ ਨਹੀਂ ਪੈਂਦੀ, ਜ਼ਰੂਰਤ ਨਹੀਂ, ਸੋ ਸਾਨੂੰ ਤੂੰ ਮਾਫ ਕਰ। ਸੋ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਜਦੋਂ ਵੀ ਸੰਤ ਸਤਿਗੁਰੂ ਆਉਂਦੇ ਹੈ, ਪਿਆਰ ਭਰੇ ਆਉਂਦੇ ਹੈ, ਅਸੀਂ ਕੀ ਕਰਦੇ ਹਾਂ, ਉਹਨਾਂ ਤੋਂ ਜਾਣ ਤੋਂ ਬਾਅਦ ਕਹਿੰਦੇ ਆ ਲਓ ਜੀ ਇਹ ਉਹਨਾਂ ਦੀ ਕੁਲ ਵਿੱਚ ਪੈਦਾ ਹੋਇਆ, ਇਹਨਾਂ ਨੂੰ ਹੀ ਮੰਨੋ। ਲੇਕਿਨ ਸੰਤ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਨਾ ਮੰਨੋ। ਅਗਰ ਉਹ ਕਮਾਈ ਕਰਕੇ ਉਹ ਵੀ ਪੂਰਨ ਬਣ ਗਏ ਹੈ ਤਾਂ ਅਸੀਂ ਉਹਨਾਂ ਦੀ ਵੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਕਿ ਅੱਜ ਅਸੀਂ ਕੀ ਕਰਦੇ ਹਾਂ, ਜਦ ਪੂਰਨ ਸੰਤ ਚਲੇ ਜਾਂਦੇ ਹੈ, ਉਹਨਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਤਾਲੀਮ ਹੈ ਸਦਾ ਹੀ ਉਸ ਨੂੰ ਗੁੰਮ ਹੋਣ ਦਾ ਖਤਰਾ ਰਹਿੰਦਾ ਹੈ, ਕਿਉਂਕਿ ਅਸੀਂ ਕਮਾਈ ਵਾਲੇ ਪਿੱਛੋਂ ਹੁੰਦੇ ਨਹੀਂ ਗੇ। ਉਹਨਾਂ ਦੇ ਉਪਦੇਸ਼ ਦੇ ਮੁਤਾਬਕ ਜ਼ਿੰਦਗੀ ਨਹੀਂ ਢਾਲਦੇ ਗਏ। ਉਹਨਾਂ ਦੀਆਂ ਲੇਖਣੀਆਂ ਨੂੰ ਅਸੀਂ ਆਪਣੇ ਮਤਲਬ ਦੀ ਖਾਤਰ ਅਸੀਂ ਗਲਤ ਅਰਥ ਕੱਢਦੇ ਹਾਂ, ਮਤਲਬ ਦੇ ਅਰਥ ਕੱਢ ਲੈਂਦੇ ਹਾਂ, ਉੱਥੇ ਸਮਾਜ ਬਣਾ ਲੈਂਦੇ ਹਾਂ, ਪਾਰਟੀ ਬਣਾ ਲੈਂਦੇ ਹਾਂ, ਔਰ ਪਾਰਟੀ ਕਰਕੇ ਦੂਸਰੀ ਪਾਰਟੀ ਨਾਲ ਅਸੀਂ ਲੜਦੇ ਹਾਂ, ਝਗੜਦੇ ਹਾਂ ਕਿ ਸਾਡਾ ਸਮਾਜ ਜਿਹੜਾ ਹੈ, ਸਾਡੀ ਪਾਰਟੀ ਜਿਹੜੀ ਹੈ ਇਹ ਸਹੀ ਹੈ, ਦੂਜੇ ਦੀ ਗਲਤ ਹੈ। ਇੱਥੋਂ ਤੱਕ ਅਸੀਂ ਸਮਾਜਾਂ ਦੀ ਆੜ ਲੈ ਕੇ ਦੂਸਰੇ ਸਮਾਜਾਂ ਨੂੰ ਅਸੀਂ ਕਤਲ ਕਰਨ ਤੱਕ ਜਾਂਦੇ ਹਾਂ ਕਿ ਸਾਡਾ ਭਗਤੀ ਦਾ ਜਿਹੜਾ ਰਸਤਾ ਹੈ ਇਹ ਠੀਕ ਹੈ, ਇਹਨਾਂ ਦਾ ਜਿਹੜਾ ਗਲਤ ਹੈ। ਲੇਕਿਨ ਸੰਤ ਜਦੋਂ ਵੀ ਸੰਸਾਰ ਵਿੱਚ ਆਉਂਦੇ ਹੈ ਉਹ ਸਾਨੂੰ ਪਿਆਰ ਨਾਲ ਕਹਿੰਦੇ ਆ, ਦੇਖੋ ਪਿਆਰਿਓ, ਪ੍ਰਮਾਤਮਾ ਨੇ ਕਿਸੇ ਦੇ ਮੋਹਰ ਲਾ ਕੇ ਸੰਸਾਰ ਵਿੱਚ ਨਹੀਂ ਭੇਜਿਆਗਾ, ਉਹ ਤਾਂ ਸਭ ਦੇ ਅੰਦਰ ਹੈ, ਅੰਦਰੋਂ ਹੀ ਮਿਲ ਸਕਦਾ ਹੈ। ਜਦੋਂ ਪ੍ਰਮਾਤਮਾ ਅੰਦਰ ਹੈ, ਉਹਦੇ ਮਿਲਣ ਦਾ ਰਸਤਾ ਅੰਦਰ ਹੈ ਔਰ ਉਹ ਇੱਕ ਹੈ, ਤਾਂ ਫਿਰ ਲੜਾਈ ਝਗੜੇ ਕਾਹਦੇ? ਲੜਾਈ ਝਗੜੇ ਇਸ ਵਾਸਤੇ ਹੀ ਹੈ ਕਿ ਅਸੀਂ ਉਸ ਪ੍ਰਮਾਤਮਾ ਦੇ ਨਾਲ ਮਿਲੇ ਨਹੀਂ ਹੋਏ। ਅਸੀਂ ਅਨੇਕਾਂ ਹੀ ਪ੍ਰਮਾਤਮਾ ਬਣਾ ਕੇ ਬੈਠੇ ਹਾਂ। ਮੇਰੇ ਪਾਸ ਭਗਤ ਰਹਿੰਦਾ ਸੀਗਾ, ਉਹਨਾਂ ਦੇ ਘਰੇ 10-12 ਦੇਵਤਿਆਂ ਦੀਆਂ ਮੱਠੀਆਂ ਬਣਾਈਆਂ ਹੋਈਆਂ ਸੀਗੀਆਂ। ਮੈਂ ਉਹਨਾਂ ਦੇ ਘਰੇ ਗਿਆ, ਉਹ ਕਾਫੀ ਪਰੇਸ਼ਾਨ ਸਨ ਪਰਿਵਾਰ ਬਾਰੇ, ਲੇਕਿਨ ਡਰਦੇ ਮਾਰੇ ਉਹਨਾਂ ਮਿੱਟੀ ਦੇ ਜਿਹੜੇ ਪੱਥਰਾਂ ਦੇ ਬਣਾਏ ਹੋਏ ਸਨ ਉਹਨਾਂ ਦੇ ਅੱਗੇ ਉਹ ਕੁਛ ਬੇਵੱਸ ਹੋਏ ਬੈਠੇ ਸੀਗੇ। ਮੈਂ ਬੈਠਾ ਰਿਹਾ, ਬੈਠੇ ਬੈਠੇ ਤੇ ਮੇਰੇ ਦਿਲ ਵਿੱਚ ਬੜੀ ਭਾਰੀ ਪਰਮਾਤਮਾ ਕਿਰਪਾਲ ਦੀ ਦਇਆ ਉੱਠੀ ਕਿ ਚਲੋ ਆਏ ਆ, ਅੱਜ ਇਤਨਾ ਕੁ ਤਾਂ ਪੁੰਨ ਕਰ ਚੱਲੀਏ। ਮੈਂ ਉਸ ਭਗਤ ਨੂੰ, ਦਾਰੇ ਨੂੰ ਪਿਆਰ ਨਾਲ ਕਿਹਾ ਵੀ ਮੈਂ ਬੈਠਾ ਹਾਂ, ਤੂੰ ਜਿੰਨੇ ਇਹ ਇਹਨਾਂ ਦੇ ਪੀਰਖਾਨਾ ਬਣਿਆ ਹੈ ਨਾ, ਸਾਰੇ ਨੂੰ ਚੱਕ ਕੇ ਬਾਹਰ ਸੁੱਟਿਆ। ਉਹਦੀ ਮਾਤਾ ਪਿਤਾ ਭਰਜਾਈਆਂ ਸਾਰਾ ਪਰਿਵਾਰ ਦੇਖ ਰਿਹਾ ਸੀਗਾ। ਉਸਨੇ ਸਾਰਾ ਕੁਝ ਪੀਰਖਾਨਾ ਚੁੱਕ ਕੇ ਬਾਹਰ ਸਿੱਟ ਦਿੱਤਾ। ਇੱਕ ਕੋਠੇ ਦੇ ਉੱਤੇ ਤਕੜਾ ਕੋਈ ਦੇਵਤਾ ਬਣਾਇਆ ਹੋਇਆ ਸੀਗਾ, ਉਹ ਬੁੜਾ ਹੱਥ ਬੰਨ ਕੇ ਮੇਰੇ ਅੱਗੇ ਖੜ ਗਿਆ, ਕਹਿਣ ਲੱਗਿਆ ਜੀ ਇਹ ਤਾਂ ਬਿਨਾਂ ਸਿਰ ਤੋਂ ਲੜਿਆ ਹੋਇਆ ਸਾਡਾ ਦੇਵਤਾ ਹੈ। ਮੈਂ ਆਖਿਆ ਵੀ ਅੱਛੀ ਗੱਲ ਹੈ, ਕੋਈ ਗੱਲ ਨਹੀਂ, ਮੈਂ ਇਹ ਤਾਂ ਨਹੀਂ ਕਹਿੰਦਾ ਵੀ ਤੁਹਾਡਾ ਦੇਵਤਾ ਨਹੀਂਗਾ, ਕਿ ਜੇ ਤੁਹਾਡੇ ਗਿਆ ਪਿੱਛੋਂ ਇਹ ਸਾਨੂੰ ਤੰਗ ਕਰਨ ਲੱਗਿਆ। ਮੈਂ ਕਿਹਾ ਬਈ ਕੋਈ ਨਹੀਂ, ਮੈਂ ਦੂਰ ਨਹੀਂ, ਮੇਰੀ ਆਪਦੀ ਗੱਡੀ ਹੈ, ਤੁਸੀਂ ਮੈਨੂੰ ਯਾਦ ਕਰੋ, ਮੈਂ ਫੌਰਨ ਆ ਜਾਊਂਗਾ। ਹਾਂ ਇਹ ਜ਼ਰੂਰ ਹੈ ਮੈਂ ਇੱਥੇ ਖੜਾ ਹਾਂ, ਤੁਸੀਂ ਇਹਨਾਂ ਆਪਦੇ ਦੇਵਤਿਆਂ ਨੂੰ ਆਵਾਜ਼ ਮਾਰ ਲਓ ਬਈ ਇਹਦਾ ਕੁਛ ਇੱਥੇ ਕਰ ਆ ਕੇ। ਹੁਣ ਦੇਵਤਾ ਕਿਹੜਾ ਆਵੇ, ਉਹ ਤਾਂ ਅੰਧ ਵਿਸ਼ਵਾਸ ਹੈ, ਕਿਉਂਕਿ ਅਸੀਂ ਲੋਕ ਅੰਧ ਵਿਸ਼ਵਾਸ ਦੇ ਵਿੱਚ ਬੱਝੇ ਹੋਏ ਹਾਂ। ਆਪ ਹੀ ਮਿੱਟੀ ਦੇ ਬਣਾਉਣੇ ਹੈ ਔਰ ਆਪ ਹੀ ਉਹਨਾਂ ਨੂੰ ਅਸੀਂ ਪੂਜਣ ਲੱਗਦੇ ਹਾਂ।
ਸੋ ਇਸ ਵਾਸਤੇ ਸਾਡੇ ਫੌਜੀ ਮੁੰਸ਼ੀ ਸਾਹਿਬ ਬੈਠੇ ਹੈ, ਇਹ ਵੀ ਇੱਕ ਬੇਰੀ ਹੇਠ ਇਹਨਾਂ ਦਾ ਥੜਾ ਬਣਾਇਆ ਹੋਇਆ, ਰੋਜ਼ ਮੰਨਿਆ ਕਰਨ, ਨੰਗੇ ਪੈਰੀ ਜਾਇਆ ਕਰਨ ਸਿਆਲ ਦੇ ਦਿਨਾਂ ਵਿੱਚ। ਜਦ ਕਿਤੇ ਮੱਝ ਨਾ ਮਿਲੇ, ਮੱਝ ਤਾਂ ਸਾਡੇ ਘਰਾਂ ਵਿੱਚ ਮਿਲਦੀ ਨਹੀਂ ਗੀ, ਉਹਨੂੰ ਅਸੀਂ ਪੱਠੇ ਨਹੀਂ ਪਾਉਂਦੇ ਗੇ, ਉਹਨੂੰ ਪਾਣੀ ਨਹੀਂ ਪਿਆਉਂਦੇ, ਉਹਦੀ ਦੇਖਭਾਲ ਨਹੀਂ ਕਰਦੇ ਗੇ। ਜੋ ਦੇਖਭਾਲ ਨਹੀਂ ਕਰਦੇ ਗੇ, ਭੁੱਖਾ ਬੰਦਾ ਹਲ ਨਹੀਂ ਵਾਹ ਸਕਦਾ, ਭੁੱਖਾ ਬੰਦਾ ਕੋਈ ਕਾਰੋਬਾਰ ਨਹੀਂ ਕਰ ਸਕਦਾ, ਮੱਝ ਦੁੱਧ ਕਿਵੇਂ ਦੇਊਗੀ। ਤਾਂ ਇਹਨਾਂ ਨੇ ਹੋਰ ਸਾਰਾ ਮੱਥੇ ਮੁੱਥੇ ਟੇਕਣੇ। ਇੱਕ ਦਿਨ ਇਹ ਮੇਰੇ ਪਾਸ ਆਏ, ਵਿਰਕ ਕੋਲੇ ਵੀ ਇਹਨਾਂ ਨੇ ਆਪਦੇ ਰਿਸ਼ਤੇਦਾਰ ਕੋਲੇ ਬਾਤ ਕੀਤੀ, ਤੁਸੀਂ ਬਾਬਾ ਜੀ ਨੂੰ ਕਹੋ। ਮੈਂ ਇੱਕ ਦਿਨ ਇਹਨਾਂ ਦੇ ਘਰੇ ਵੀ ਗਿਆ। ਮੈਂ ਘਰੇ ਜਦੋਂ ਜਾ ਕੇ ਦੇਖਿਆ, ਇਹਨਾਂ ਦੇ ਪਸ਼ੂਆਂ ਦੇ ਕਰੰਗ ਹੀ ਕਰੰਗ ਖੜੇ, ਬਾਕੀ ਡੰਗਰ ਕਿਸੇ ਦੇ ਉੱਤੇ ਮਾਸ ਹੈ ਨਾ, ਪੱਠੇ ਹੈ ਨਾ। ਮੈਂ ਦੇਖ ਕੇ ਬੜਾ ਪਰੇਸ਼ਾਨ ਹੋਇਆ। ਮੇਰੀ ਨਿਗਾਹ ਅੱਧ ਘੰਟਾ ਜਾਂ 2 ਘੰਟੇ ਮੈਂ ਉੱਥੇ ਬੈਠਾ ਹੋਊਗਾ ਇਹਨਾਂ ਦੇ ਡੰਗਰਾਂ ਕੰਨੀ, ਬਈ ਇਹ ਲੋਕ ਕੀ ਸੋਚਦੇ ਹੈ। ਇਹਨਾਂ ਤੋਂ ਤਾਂ ਚਿਚੜ ਵੀ ਨਹੀਂ ਰਾਜਦੇ ਗਏ, ਜਿਹੜੇ ਖੂਨ ਪੀਣ ਵਾਲੇ ਆ, ਖੂਨ ਵੀ ਹੈ ਨੀਗਾ। ਅਖੀਰ ਮੈਨੂੰ ਕਹਿੰਦੇ, ਬਾਬਾ ਜੀ ਬੜੀ ਤੁਸੀਂ ਦਇਆ ਕੀਤੀ, ਸਾਡੇ ਘਰੇ ਆਏ ਹੋ, ਸਾਡੇ ਲਵੇਰਾ ਨਹੀਂ ਰਹਿੰਦਾ, ਕੋਈ ਬੋਲ ਕਰੋ। ਮੈਂ ਆਖਿਆ ਸਾਰੇ ਇਕੱਠੇ ਹੋ ਜਾਓ, ਮੈਂ ਬੋਲ ਕਰ ਦਿੰਦਾ ਹੈ, ਔਰ ਬੋਲ ਸਹੀ ਹੋਊਗਾ। ਜੇ ਕੋਈ ਗਲਤ ਹੋਇਆ ਨਾ ਤੇ ਬੇਸ਼ੱਕ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਿਓ। ਇਹ ਸਾਰੇ ਜਣੇ ਇਕੱਠੇ ਹੋਏ ਵੀ ਹੁਣ ਬਾਬਾ ਜੀ ਬੋਲ ਕਰਨਗੇ, ਦੁੱਧ ਵੇਖ ਲਓ ਮੁਫਤ ਨੂੰ ਚ ਮਿਲ ਜਾਵੇਗਾ। ਤਾਂ ਮੈਂ ਇਹਨਾਂ ਨੂੰ ਪਿਆਰ ਨਾਲ ਦੱਸਿਆ ਬਈ ਦੇਖੋ, ਜੇ ਤਾਂ ਤੁਸੀਂ ਪੱਠੇ ਪਾਉਣੇ ਆ, ਵੰਡਾ ਪਾਉਣਾ ਮੱਝ ਨੂੰ, ਤਾਂ ਲਿਆਓ ਮੁੱਲ, ਤੁਹਾਨੂੰ ਦੁੱਧ ਦੇਵੇਗੀ। ਜੇ ਫੇਰ ਨਾ ਦੁੱਧ ਦੇਵੇ ਤੇ ਮੈਨੂੰ ਆ ਕੇ ਤੁਸੀਂ ਇਲਾਂਬਾ ਦੇ ਦਿਓ। ਜੇ ਪੱਠੇ ਨਹੀਂ ਪਾਉਣੇ ਤੇ ਬਾਬਾ ਇਹਦਾ ਬੋਲ ਕੀ ਕਰੂਗਾ। ਤੋ ਕਹਿਣ ਦਾ ਭਾਵ ਹੈ, ਅਸੀਂ ਲੋਕ ਅੰਧ ਵਿਸ਼ਵਾਸ ਵਿੱਚ ਹੁੰਦੇ ਹਾਂ। ਸੰਤ ਮਹਾਤਮਾ ਜਦ ਸੰਸਾਰ ਵਿੱਚ ਆਉਂਦੇ ਹੈ, ਉਹ ਸਾਨੂੰ ਅੰਧ ਵਿਸ਼ਵਾਸ ਚੋਂ ਕੱਢ ਕੇ ਉਹ ਸੱਚਾਈ ਦੇ ਨਾਲ ਜੋੜਦੇ ਹੈ। ਸੋ ਅੱਜ ਦਾ ਦਿਨ ਬੜਾ ਹੀ ਭਾਗਾਂ ਵਾਲਾ ਹੈ। ਐਸੀ ਹਾਲਤ ਸੀ, ਦੁਨੀਆ ਗੁਰੂ ਨਾਨਕ ਦੀ ਤਾਲੀਮ ਨੂੰ ਭੁੱਲ ਚੁੱਕੀ ਸੀਗੀ। ਹਾਲਾਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਹੀ ਭਰਮ ਆ ਕੇ ਦੁਨੀਆ ਦੇ ਵਿੱਚੋਂ ਕੱਢੇ। ਪੱਥਰ ਪੂਜਣੋਂ ਲੋਕਾਂ ਨੂੰ ਹਟਾਇਆ, ਪੱਥਰ ਪੂਜ ਕੇ ਪੱਥਰੀ ਦਿਲ ਹੋ ਚੁੱਕੇ ਸੀਗੇ। ਤਾਂ ਮਹਾਰਾਜ ਸਾਵਣ ਕਹਿੰਦੇ ਹੁੰਦੇ, ਜੇ ਸੰਤ ਇੱਕ ਭਰਮ ਕੱਢ ਕੇ ਜਾਂਦੇ ਆ, 10 ਲੋਕ ਹੋਰ ਪਾ ਕੇ ਬੈਠ ਜਾਂਦੇ ਆ। ਲੋਕ ਗੁਰੂ ਨਾਨਕ ਦੀ ਤਾਲੀਮ ਨੂੰ ਭੁੱਲ ਗਏ। ਤਾਂ ਮਹਾਰਾਜ ਸਾਵਣ ਸਿੰਘ ਫੇਰ ਸੰਸਾਰ ਵਿੱਚ ਆਏ। ਉਹਨਾਂ ਨੇ ਆ ਕੇ, ਕਿਉਂਕਿ ਸੰਤ ਕੋਈ ਸਾਨੂੰ ਨਵੀਂ ਜੀ ਸਿੱਖਿਆ ਨਹੀਂ ਦਿੰਦੇ, ਉਹ ਸਿੱਖਿਆ ਪਰੰਪਰਾ ਤੋਂ ਤੁਰੀ ਆਉਂਦੀ ਹੈ। ਬਾਣੀ ਦਾ ਸਿਰਫ ਅਗਵਾਹੀ ਦੇ ਤੌਰ ਤੇ ਕਿ ਇਹ ਲੋਕ ਐ ਨਾ ਕਹਿਣ ਵੀ ਸਾਨੂੰ ਕੋਈ ਨਵੀਂ ਗੱਲ ਦੱਸਦੇ ਹੈ। ਲੇਕਿਨ ਜੋ ਸੰਤਾਂ ਦਾ ਮਿਸ਼ਨ ਹੈ, ਉਹ ਕਿਸੇ ਗ੍ਰੰਥ ਜਾਂ ਪੁਸਤਕ ਦੇ ਜ਼ਰੀਏ ਨਹੀਂ ਹੁੰਦਾਗਾ, ਉਹ ਉਹਨਾਂ ਦੀ ਰੂਹਾਨੀਅਤ ਦੀ ਸ਼ਖਸੀ ਦੇ ਜ਼ਰੀਏ ਹੀ ਚੱਲਦਾ ਹੈ। ਪੁਸਤਕਾਂ ਸਾਨੂੰ ਵੇਰਵਾ ਦੱਸਦੀਆਂ ਹਨ, ਲੇਕਿਨ ਜੇ ਅਸੀਂ ਕਹੀਏ ਕਿ ਸਾਨੂੰ ਇਹ ਨਾਮ ਦੇ ਦੇਣਗੀਆਂ, ਨਾਮ ਨਾ ਜੋੜ ਦੇਣਗੀਆਂ, ਐਸਾ ਨਹੀਂ ਹੁੰਦਾ। ਇੱਕ ਡਾਕਟਰ ਹੈ, ਉਹਦੀ ਕਿਤਾਬ ਦੇ ਅੰਦਰ ਦਵਾਈਆਂ ਦੇ ਨੁਕਸੇ ਲਿਖੇ ਹੁੰਦੇ ਹੈ। ਜੇ ਅਸੀਂ ਕਹੀਏ ਵੀ ਇਹਨਾਂ ਵਿੱਚ ਦਵਾਈ ਹੈਗੀ ਹੈ, ਅਸੀਂ ਇਹਨਾਂ 'ਚੋਂ ਦਵਾਈ ਕੱਢ ਕੇ ਰਾਜੀ ਹੋ ਜਾਵਾਂਗੇ, ਤੰਦਰੁਸਤੀ ਪ੍ਰਾਪਤ ਕਰ ਲਵਾਂਗੇ, ਇਹ ਗਲਤ ਹੈ। ਦਵਾਈ ਅਲੱਗ ਡਾਕਟਰ ਦੀ ਅਲਮਾਰੀ 'ਚ ਹੁੰਦੀ ਹੈ। ਤੋ ਇਸੇ ਤਰ੍ਹਾਂ ਹੀ ਮਹਾਰਾਜ ਸਾਵਣ ਨੇ ਆ ਕੇ ਸਾਨੂੰ ਭਰਮਾਂ ਵਿੱਚ ਜਕੜਿਆਂ ਨੂੰ ਬੜੇ ਪਿਆਰ ਨਾਲ ਦੱਸਿਆ। ਤੋ ਅੱਜ ਸਾਵਣ ਦਾ ਮਹੀਨਾ ਹੈ। ਗੁਰੂ ਨਾਨਕ ਨੇ ਵੀ ਸਾਵਣ ਮਹੀਨੇ ਨੂੰ ਇਨਸਾਨ ਦੇ ਜਾਮੇ ਨਾਲ ਉਪਮਾ ਦੇ ਕੇ ਸਮਝਾਇਆ ਕਿ ਜਿਸ ਤਰ੍ਹਾਂ ਸਾਵਣ ਦਾ ਮਹੀਨਾ ਖੁਸ਼ੀਆਂ ਭਰਿਆ ਹੈ, ਪੰਛੀ ਬੋਲਦੇ ਹੈ, ਮੋਰ ਪੈਲਾਂ ਪਾਉਂਦੇ ਹੈ, ਹੋਰ ਵੀ ਬਹੁਤ ਸਾਰੇ ਖੁਸ਼ੀਆਂ ਇੱਥੇ ਮਨਾਉਂਦੇ ਹੈ। ਇਹ ਤਾਂ ਇੱਕ ਦੁਨਿਆਵੀ ਖੁਸ਼ੀਆਂ ਹਨ, ਨਾ ਸਾਡੇ ਨਾਲ ਇਹ ਖੁਸ਼ੀਆਂ ਜਾਣੀਆਂ ਨਾ ਗਮੀਆਂ ਜਾਣੀਆਂ। ਅਸਲ ਇਨਸਾਨ ਦੇ ਜਾਮੇ ਵਿੱਚ ਖੁਸ਼ੀ ਕਾਹਦੀ ਹੈ? ਨਾਮ ਮਿਲ ਗਿਆ ਤਾਂ ਖੁਸ਼ੀ ਹੈ। ਕਮਾਈ ਕਰਕੇ ਸੁਰਤ ਨੂੰ 9 ਦੁਆਰਿਆਂ ਚੋਂ ਕੱਢ ਕੇ ਅੱਖਾਂ ਪਿੱਛੇ ਉਹ ਸ਼ਬਦ ਨਾਲ ਜੁੜ ਗਏ, ਸਾਨੂੰ ਹੋਰ ਖੁਸ਼ੀ ਹੈ। ਜਿਸ ਨੂੰ ਗੁਰੂ ਸਾਹਿਬ ਨੇ ਕਿਹਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਦ ਖੁਸ਼ੀ ਹੁੰਦੀ ਹੈ ਆਤਮਾ ਨੂੰ? ਜਦੋਂ ਸਤਿਗੁਰੂ ਨੂੰ ਪਾ ਲੈਂਦੇ ਹੈ। ਸਤਿਗੁਰੂ ਨੂੰ ਕਦੋਂ? ਪਹਿਲਾਂ ਤਾਂ ਅਸੀਂ ਬਾਹਰ, ਸਾਨੂੰ ਸੰਤ ਅੰਦਰ ਜਾਣ ਦਾ ਰਸਤਾ ਦੱਸਦੇ ਹੈ। ਸਤਿਗੁਰੂ ਨੂੰ ਕਦ ਪਾਉਂਦੇ ਆ? ਜਦੋਂ ਸਿਮਰਨ ਦੇ ਜ਼ਰੀਏ 9 ਦੁਆਰੇ ਖਾਲੀ ਕਰਕੇ ਸੂਰਜ ਚੰਦਰਮਾ ਸਿਤਾਰੇ ਪਾਰ ਕਰਕੇ ਸਤਿਗੁਰੂ ਦੇ ਸਰੂਪ ਤੱਕ ਪਹੁੰਚ ਜਾਂਦੇ ਹਾਂ। ਅੱਗੇ ਸੇਵਕ ਦੀ ਡਿਊਟੀ ਜਿਹੜੀ ਹੈ ਉਹ ਸਮਾਪਤ ਹੈ।
ਗੁਰੂ ਇੱਕ ਮੰਡਲ ਤੋਂ ਦੂਸਰਾ ਮੰਡਲ ਪਾਰ ਕਰਾ ਕੇ ਆਪਦੀ ਆਤਮਾ ਨੂੰ ਅੰਦਰ ਲਿਆਂਦਾ ਹੈ। ਸੋ ਇਸ ਵਾਸਤੇ ਗੁਰੂ ਨਾਨਕ ਦਾ ਛੋਟਾ ਜਿਹਾ ਸ਼ਬਦ ਹੈ, ਸੁਣਨ ਵਾਲਾ ਸੁਣੋ ਬਈ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਦੂਜਾ, ਪੰਨਾ 557। ਮੋਰੀ ਰੁਣ ਚੁਣ ਲਾਇਆ, ਪੈਣੀ ਸਾਵਣ ਆਇਆ। ਮੋਰੀ ਰੁਣ ਚੁਣ ਲਾਇਆ, ਪੈਣੀ ਸਾਵਣ ਆਇਆ। ਤੇਰੇ ਮੁੰਦ ਕਟਾਰੀ ਜਿਵੜਾ, ਤਿਨ ਲੋਭੀ ਲੋਭ ਲੋਭਾਇਆ। ਹੁਣ ਸਾਉਣ ਦਾ ਮਹੀਨਾ ਸਭ ਸੰਤਾਂ ਨੇ ਮਨੁੱਖ ਜਨਮ ਦੇ ਨਾਲ ਤਸ਼ਬੀਹ ਦੇ ਕੇ ਦਿੱਤੀ ਹੈ। ਜਿਸ ਤਰ੍ਹਾਂ ਮੋਰ ਪਹਿਲਾਂ ਪਾਉਂਦੇ ਹੈ, ਖੁਸ਼ੀਆਂ ਮਨਾਉਂਦੇ ਹੈ, ਘਟਾਂ ਨੂੰ ਦੇਖ ਕੇ, ਠੰਡ ਨੂੰ ਦੇਖ ਕੇ ਦਿਲ ਖੁੜ ਉੱਠਦਾ ਹੈ। ਇਸੇ ਤਰ੍ਹਾਂ ਜਦੋਂ ਆਤਮਾ ਨੂੰ ਨਾਮ ਦਾ ਭੇਦ ਮਿਲਦਾ ਹੈ, ਸ਼ਬਦ ਦਾ ਭੇਦ ਮਿਲਦਾ ਹੈ, ਇਹਦੇ ਅੰਦਰ ਵੀ ਖੁਸ਼ੀ ਆਉਂਦੀ ਹੈ ਔਰ ਖੇੜਿਆਂ ਭਰੀ ਖੁਸ਼ੀ ਹੁੰਦੀ ਹੈ। ਤਾਂ ਆਪ ਕਹਿਣ ਲੱਗੇ ਕਿ ਉਸ ਗੁਰੂ ਦਾ ਸਰੂਪ, ਸ਼ਬਦ ਸਰੂਪ, ਉਸ ਟਾਈਮ ਨਾਮਦਾਨ ਦੇ ਵਕਤ ਵੀ ਕਈਆਂ ਨੂੰ ਸਤਿਗੁਰੂ ਸਰੂਪ ਦਾ ਦਰਸ਼ਨ ਹੁੰਦਾ ਹੈ। ਇਹ ਵੀ ਉਸੇ ਆਤਮਾ ਦਾ ਹੀ ਵਰਣਨ ਹੈ। ਕੈਸਾ ਹੈ ਗੁਰੂ ਦਾ ਸਰੂਪ? ਕਹਿਣ ਲੱਗੀ ਤੇਰੇ ਮੁੰਦ ਕਟਾਰੇ ਜੇਵੜਾ, ਮੈਂ ਲੋਭੀ ਲੋਭ ਲਵਾਇਆ। ਤੇਰੇ ਭਰਵੱਟੇ ਜਿਹੜੇ ਹੈ, ਜਿਹੜੇ ਨਜ਼ਰਾਂ ਦੇ ਤੀਰ ਹੈ, ਉਹਨਾਂ ਨੇ ਮੈਨੂੰ ਉਹ ਰੱਸਿਆਂ ਦੀ ਤਰ੍ਹਾਂ ਮੈਨੂੰ ਬੰਨ੍ਹ ਲਿਆ। ਮੇਰਾ ਮਨ, ਮੇਰੀ ਆਤਮਾ ਅੰਦਰ ਇਸ ਤਰ੍ਹਾਂ ਦਾ ਲੋਭ ਹੋਇਆ ਔਰ ਮੈਂ ਉਦੋਂ ਪਾਸੇ ਜਾ ਨਾ ਸਕੀ। ਜੋ ਕੁਛ ਹੈ ਮੈਨੂੰ ਅੰਦਰ ਗੁਰੂ ਹੀ ਗੁਰੂ ਦਿਸਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ, ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ। ਬਾਹਰ ਤਾਂ ਅਸੀਂ ਗੱਲਾਂ ਮਾਰਦੇ ਹਾਂ ਬਹੁਤ ਸਾਰੀਆਂ, ਕਦੇ ਖਿਆਲ ਕਰਦੇ ਹਾਂ ਕਿ ਇਹ ਸੰਤ ਮੇਰੇ ਜੈਸਾ ਹੀ ਹੈ, ਮੇਰੇ ਔਰ ਇਹਦੇ ਵਿੱਚ ਕੀ ਫਰਕ ਹੈ, ਮੈਂ ਜ਼ਿਆਦਾ ਪੜ੍ਹਿਆ ਲਿਖਿਆ ਹਾਂ, ਮੈਂ ਅੱਛਾ ਲੈਕਚਰ ਕਰ ਸਕਦਾ ਹਾਂ, ਇਹ ਕੀ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ, ਜਦ ਸਾਡੇ ਦਿਲ ਵਿੱਚ ਪਿਆਰ ਆਇਆ, ਤੜਪ ਉੱਠੀ ਕਿ ਪਰਮਾਤਮਾ ਨੂੰ ਮਿਲਣਾ ਚਾਹੀਦਾ ਹੈ, ਉਹਨੂੰ ਅਸੀਂ ਮੰਦਰਾਂ 'ਚ, ਮਸਜਿਦਾਂ, ਗੁਰਦੁਆਰਿਆਂ, ਪਹਾੜਾਂ, ਤੀਰਥਾਂ, ਹਰ ਇੱਕ ਜਗ੍ਹਾ ਖੋਜਿਆ। ਜਦ ਗੁਰੂ ਅਮਰਦੇਵ ਦੀ ਚਰਨਾਂ ਵਿੱਚ ਗਏ, ਉਹ ਕਹਿੰਦੇ ਭਲਿਆ ਲੋਕਾ, ਜਿਹਦੀ ਤੂੰ ਤਲਾਸ਼ ਬਾਹਰ ਕਰਦਾ ਹੈ ਉਹ ਤਾਂ ਤੇਰੇ ਅੰਦਰ ਬੈਠਾ ਹੈ। ਜਦ ਉਹਨਾਂ ਦੇ ਕਹਿਣ ਮੁਤਾਬਕ ਅੰਦਰ ਤਵੱਜੋ ਦਿੱਤੀ, ਉਹ ਪਿਆਰਾ ਜਿਸ ਤੋਂ ਸਾਡੀ ਆਤਮਾ ਜੁਗਾਂ ਜੁਗਾਂ ਦੀ ਵਿਛੜੀ ਸੀ, ਅੰਦਰ ਦੇਖਿਆ, ਜਿਹੜਾ ਉਹਨਾਂ ਦਾ ਬਚਨ ਸੀਗਾ ਉਹ ਤੀਰ ਦੀ ਤਰ੍ਹਾਂ ਲੱਗ ਗਿਆ। ਤੋ ਕਹਿਣ ਲੱਗੇ ਕਿ ਆਤਮਾ ਕਹਿੰਦੀ ਹੈ ਮੈਂ ਸਿਆਣੀ ਸੀ, ਦਾਨਾ ਸੀ, ਲੇਕਿਨ ਜਦ ਗੁਰੂ ਦਾ ਸਰੂਪ ਦੇਖਿਆ ਉੱਥੇ ਲੋਟ-ਪੋਟ ਹੋ ਗਈ। ਇਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਉਸ ਗੁਰੂ ਦੇ ਜਿਹੜੀਆਂ ਅੱਖਾਂ ਹਨ ਉਹ ਤੀਰਾਂ ਦੀ ਤਰ੍ਹਾਂ, ਭਰਵੱਟੇ ਜਿਹੜੇ ਹੈ ਉਹ ਰੱਸਿਆਂ ਦੀ ਤਰ੍ਹਾਂ ਮੇਰੇ ਮਨ ਨੂੰ ਲੁਭਾ ਲਿਆ ਹੈ ਜੀ। ਤੇਰੇ ਮੁੰਦ ਕਟਾਰੀ ਜਿਵੜਾ, ਤਿਨ ਲੋਭੀ ਲੋਭ ਲੋਭਾਇਆ। ਤੇਰੇ ਦਰਸ਼ਨ ਵੇਟੋ ਖਨੀਏ ਵੰਜਾ, ਤੇਰੇ ਨਾਮ ਵਿਟੋ ਕੁਰਬਾਨੋ। ਹੁਣ ਆਤਮਾ ਸ਼ੁਕਰਾਨਾ ਕਰਦੀ ਹੈ ਕਿ ਮੈਂ ਤੇਰੇ ਇਹ ਸ਼ਬਦ ਸਰੂਪ ਦਰਸ਼ਨ ਤੋਂ ਕੁਰਬਾਨ ਜਾਨੀ ਹੈ, ਬਲਿਹਾਰ ਜਾਨੀ ਹੈ। ਮੈਂ ਤੇਰੇ ਨਾਮ ਦਾ ਮੁੱਲ ਹੀ ਨਹੀਂ ਪਾ ਸਕਦੀ ਕਿ ਤੇਰਾ ਨਾਮ ਕੀ ਹੈ। ਮੇਰੀ ਸੁੱਕੀ ਜ਼ਿੰਦਗੀ ਜਿਹੜੀ ਸੀਗੀ, ਵਿਸ਼ੇ ਬਕਾਰਾਂ ਨਾਲ ਖੁਸ਼ਕ ਹੋਈ ਜ਼ਿੰਦਗੀ ਜਿਹੜੀ ਸੀ ਜਨਮਾਂ ਜਨਮਾਂਤਰਾਂ ਦੀ, ਉਹ ਵੀ ਸੁਰਜੀਤ ਹੋ ਗਈ ਹੈ।
ਉਸ ਨੂੰ ਵੀ ਨਾਮ ਦਾ ਪਾਣੀ ਮਿਲ ਗਿਆ ਹੈ। ਨਾ ਮੈਂ ਤੇਰੇ ਨਾਮ ਦੀ ਤਾਰੀਫ ਕਰ ਸਕਦੀ ਹਾਂ, ਨਾ ਮੈਂ ਤੇਰੇ ਸਰੂਪ ਦੀ ਤਾਰੀਫ ਕਰ ਸਕਦੀ ਹਾਂ ਜੀ। तेरे दर्शन भेटो खनिए वंझा, तेरे नाम विटो कुर्बानो, जा तू तामे मान किया है, तुद बिन किया मेरा मानो। ਤੂੰ ਮੈਨੂੰ ਮਿਲਿਆ, ਮੈਂ ਤੇਰੇ ਤੇ ਮਾਨ ਕੀਤਾ ਕਿ ਮੇਰਾ ਗੁਰੂ ਔਰ ਪਰਮਾਤਮਾ ਜਿਹਨੂੰ ਮੈਨੂੰ ਖੋਜ ਸੀ ਉਹ ਇੱਕ ਹੈ। ਸਾਨੂੰ ਪਤਾ ਹੈ ਕਿ ਦਰਿਆ ਦੇ ਜ਼ੋਰ ਤੇ, ਪਾਣੀ ਦੀਆਂ ਲਹਿਰਾਂ ਤੇ ਜ਼ੋਰ ਤੇ ਹੀ ਮਛਲੀ ਕੇਲਾਂ ਕਰਦੀ ਹੈ। ਸਿੱਖ ਵੀ ਆਪਦੇ ਗੁਰੂ ਦੇ ਜ਼ੋਰ ਤੇ ਹੀ ਕੇਲਾਂ ਕਰਦਾ ਹੈ, ਰਸ ਮਾਣਦਾ ਹੈ। ਉਹ ਉਹਦਾ ਆਪਦਾ ਸਿੱਖ ਦਾ ਰਸ ਨਹੀਂ ਹੁੰਦਾਗਾ, ਉਹ ਗੁਰੂ ਦਾ ਹੁੰਦਾ ਹੈ। ਉਹਦੀ ਕੀ ਤਾਕਤ ਸੀ ਕਿ ਉਹ ਜਾ ਕੇ ਗੁਰੂ ਨੂੰ ਅੰਦਰ ਮਿਲ ਲੈਂਦਾ। ਇਹ ਕਹਾਣੀ ਦਾ ਜੋ ਅੱਗੇ ਚੱਲੇਗੀ ਉਸ ਦਾ ਆਰੰਭ ਇਸ ਤਰ੍ਹਾਂ ਹੈ। ਰਾਜੇ ਬਾਨਾਸੁਰ ਦੀ ਲੜਕੀ ਊਖਾਂ ਸੀ ਔਰ ਉਸ ਨੂੰ ਪਾਰਵਤੀ ਦੇ ਪਾਸ ਪੜ੍ਹਨ ਬਿਠਾਇਆ। ਉਹ 7-8 ਸਾਲ ਕੈਲਾਸ਼ ਪਰਬਤ ਦੇ ਉੱਤੇ ਪੜ੍ਹਨ ਜਾਇਆ ਕਰਦੀ ਸੀ। ਰੋਜ਼ ਸ਼ਾਮ ਨੂੰ ਘਰ ਵੀ ਵਾਪਸ ਆ ਜਾਂਦੀ। ਇੱਕ ਦਿਨ ਉਸਨੇ ਸ਼ਿਵ ਜੀ ਔਰ ਪਾਰਵਤੀ ਨੂੰ ਗ੍ਰਸਤ ਦੀਆਂ ਗੱਲਾਂ ਕਰਦਿਆਂ ਦੇਖ ਲਿਆ। ਉਸ ਦੇ ਦਿਲ ਵਿੱਚ ਵੀ ਪਤੀ ਵਰਨ ਦੀ ਇੱਛਾ ਉੱਠੀ। ਤਾਂ ਪਰੇ ਪਾਰਵਤੀ ਜਿਹੜੀ ਸੀ ਉਸ ਦੇ ਦਿਲ ਨੂੰ ਸਮਝਦੀ ਸੀ। ਉਹ ਕਹਿਣ ਲੱਗੀ, ਦੇਖ ਤੂੰ ਘਬਰਾ ਨਾ, ਤੇਰਾ ਜਿਹੜਾ ਪਤੀ ਜਿਸਨੇ ਤੈਨੂੰ ਵਰਨਾ ਹੈ ਉਹਦੇ ਤੈਨੂੰ ਦਰਸ਼ਨ ਪਹਿਲਾਂ ਸੁਪਨੇ ਅੰਦਰ ਹੋ ਜਾਣਗੇ। ਉਹ ਦਿਨ ਰਾਤ ਉਦਾਸ ਰਹਿਣ ਲੱਗੀ। ਉਹਦੇ ਪਿਤਾ ਨੇ, ਕਿਉਂਕਿ ਅੱਜ ਸਾਡੇ ਪੇਂਡੂ ਲੋਕ ਜਿਹੜੇ ਹੈ ਹਿੰਦੁਸਤਾਨ ਦੇ, ਉਹ ਇੱਕ ਬੜੀ ਹੀ ਗਲਤ ਧਾਰਨਾ ਦੇ ਵਿੱਚ ਫਸੇ ਹੋਏ ਹੈ। ਲੜਕੀ ਘਰੇ ਹੋ ਜਾਵੇ, ਆਂਢ ਗੁਆਂਢ ਸਾਰੇ ਹੀ ਲੋਕ ਸੋਗ ਵਿੱਚ ਡੁੱਬ ਜਾਂਦੇ ਹੈ, ਜਿਹੜੀ ਕਿ ਸਾਡੀ ਨਾਸਮਝੀ ਹੈ, ਅਗਿਆਨ ਹੈ। ਨਹੀਂ, ਜੋ ਸਿਆਣੇ ਹੁੰਦੇ ਹੈ, ਸਮਝਦਾਰ ਹੁੰਦੇ ਹੈ, ਉਹ ਲੜਕੀ ਦੀ ਹਰ ਜ਼ਰੂਰਤ ਪੂਰੀ ਕਰਦੇ ਹੈ। ਤੋ ਜਦ ਬਾਨਾਸੁਰ ਨੇ, ਰਾਜੇ ਨੇ ਆਪਦੀ ਲੜਕੀ ਨੂੰ ਉਦਾਸ ਦੇਖਿਆ, ਉਹਦੇ ਵਾਸਤੇ ਉਹਨੇ ਇੱਕ ਬਾਹਰ ਬਾਗ ਬਣਾਇਆ, ਉਹਦੇ ਵਿੱਚ ਅੱਛੀ ਕੋਠੀ ਪਾ ਦਿੱਤੀ। ਉਹਦੇ ਦਿਲ ਪਰਚਾਵੇ ਵਾਸਤੇ ਬਹੁਤ ਸਾਰੀਆਂ ਸਖੀਆਂ ਸਹੇਲੀਆਂ ਨੂੰ ਇਜਾਜ਼ਤ ਦਿੱਤੀ ਕਿ ਤੁਸੀਂ ਉੱਥੇ ਜਾ ਕੇ ਖੇਡਿਆ ਕਰੋ, ਉਹਦਾ ਦਿਲ ਪਰਚਾਵਾ ਕਰਿਆ ਕਰੋ। ਫਿਰ ਵੀ ਉਹਦੀ ਉਦਾਸੀ ਜਿਹੜੀ ਸੀ ਉਹ ਦੂਰ ਨਾ ਗਈ। ਉਸ ਦੀ ਇੱਕ ਸਹੇਲੀ ਸੀ ਚਿੱਤਰ ਰੇਖਾ, ਜੋ ਚਿੱਤਰਕਾਰੀ ਦਾ ਕੰਮ ਇੱਕ ਕਮਾਲ ਦਾ ਕਰਦੀ ਸੀ। ਉਸ ਨੂੰ ਅੰਦਰੋਂ ਬੜਾ ਨੌਲੇਜ ਸੀਗਾ। ਬਿਨਾਂ ਦੇਖਿਆ ਹੀ ਸਿਰਫ ਨਕਸ਼ ਦੱਸ ਦਿਓ ਤੇ ਉਹ ਚਿੱਤਰ ਸਹੀ ਉਤਾਰ ਦਿੰਦੀ ਸੀ। ਉਸ ਨੇ ਉਸ ਨੂੰ, ਊਖਾ ਨੂੰ ਕਿਹਾ ਕਿ ਭੈਣ, ਆਪਾਂ ਦੋਨੇ ਇੱਕ ਹੈ, ਤੂੰ ਮੈਨੂੰ ਆਪਦਾ ਦਿਲ ਦਾ ਹਾਲ ਦੱਸ, ਕੀ ਤੇਰੇ ਦਿਲ ਦਾ ਹਾਲ ਹੈ? ਉਹ ਕਹਿੰਦੀ, ਮੈਂ ਕੀ ਦੱਸਾਂ, ਮੈਨੂੰ ਸੁਪਨ ਦੇ ਅੰਦਰ ਦਰਸ਼ਨ ਹੋਏ ਸੀਗੇ, ਲੇਕਿਨ ਮੈਂ ਉਸ ਵਕਤ ਬੜਾ ਹੰਕਾਰ ਕਰ ਬੈਠੀ, ਮਾਣ ਕਰ ਬੈਠੀ, ਉਹ ਮੈਥੋਂ ਵਿਛੜ ਗਿਆ। ਜਦ ਉਹ ਵਿਛੜਿਆ, ਉਸਨੇ ਉਹਦੇ ਨਕਸ਼ ਸੁਪਨੇ ਦੇ ਪੁੱਛੇ। ਉਸਨੇ ਬਹੁਤ ਸਾਰੇ ਚਿੱਤਰ ਬਣਾ ਕੇ ਉਸਦੇ ਅੱਗੇ ਰੱਖੇ, ਲੇਕਿਨ ਜਦ ਉਹ ਸਹੀ ਚਿੱਤਰ ਸਾਹਮਣੇ ਆਇਆ ਤੇ ਉਸਨੇ ਪਛਾਣ ਲਿਆ, ਕਿਉਂਕਿ ਜਿਸ ਨੂੰ ਤੁਸੀਂ ਸੁਪਨੇ ਅੰਦਰ ਦੇਖਦੇ ਹੋ ਉਸ ਨੂੰ ਦਿਨੇ ਪਛਾਣਨਾ ਕੀ ਮੁਸ਼ਕਲ ਹੁੰਦਾ ਹੈ। ਮਹਾਰਾਜ ਸਾਵਣ, ਮਹਾਰਾਜ ਕਿਰਪਾਲ ਦੇ ਅੰਦਰ 7 ਸਾਲ ਪਹਿਲਾਂ ਹੀ ਨਾਮਦਾਨ ਤੋਂ ਆਉਣ ਲੱਗ ਗਏ। ਜਦ ਉਹਨਾਂ ਦੇ ਸਾਹਮਣੇ ਹੋਏ, ਉਹਨਾਂ ਨੇ ਪਛਾਣ ਲਿਆ ਕਿ ਇਹੀ ਉਹ ਬਜ਼ੁਰਗ ਹਨ
ਜਿਹੜੇ ਆਉਂਦੇ ਹੁੰਦੇ ਸੀਗੇ। ਇਸੇ ਤਰ੍ਹਾਂ ਉਹ ਪ੍ਰਮਾਤਮਾ ਦਿਆਲੂ ਕਿਰਪਾਲ 1 ਸਾਲ ਮੈਨੂੰ ਮਿਲਣ ਤੋਂ ਬਾਅਦ ਪਹਿਲਾਂ ਮੇਰੇ ਅੰਦਰ ਆਉਣ ਲੱਗੇ। ਕੁਝ ਚਿਰ ਸਵਾਮੀ ਜੀ ਦੇ ਰੂਪ ਵਿੱਚ ਆਏ। ਜਿਹੜਾ ਉਹਨਾਂ ਦਾ ਅਸਲੀ ਸਰੂਪ ਸੀ, ਜਦ ਆਉਣਾ ਸੀ ਕੁਝ ਦਿਨ ਉਹ ਉਸ ਰੂਪ ਵਿੱਚ ਆਉਣੇ ਸ਼ੁਰੂ ਹੋਏ। ਜਦੋਂ ਮੇਰੇ ਸਾਹਮਣੇ ਆਏ ਮੈਨੂੰ ਪਛਾਣਨ ਦੇ ਵਿੱਚ ਕੋਈ ਮੁਸ਼ਕਲ ਨਾ ਆਈ, ਕੋਈ ਕਠਿਨਾਈ ਨਾ ਹੋਈ। ਤਾਂ ਮੈਂ ਸਾਰਾ ਹਾਲ ਬੜੇ ਬਿਰੋਂ ਦੇ ਨਾਲ ਉਹਨਾਂ ਨੂੰ ਦੱਸਿਆ। ਲੇਕਿਨ ਪੂਰੇ ਸੰਤਾਂ ਦੇ ਦਿਲ ਅੰਦਰ ਇਹ ਇੱਛਾ ਸੁਪਨੇ 'ਚ ਵੀ ਨਹੀਂ ਹੁੰਦੀ ਕਿ ਅਸੀਂ ਗੁਰੂ ਬਣੀਏ। ਉਹ ਆਪਣੇ ਆਪ ਨੂੰ ਪ੍ਰਮਾਤਮਾ ਦਾ ਦਾਸ, ਸੰਗਤ ਦਾ ਦਾਸ ਸਮਝਦੇ ਹੈ ਔਰ ਦੁਨੀਆ ਦੇ ਬੜਾ ਛੋਟੇ ਜਿਹੇ ਲੋਕਾਂ ਦੀ ਤਰ੍ਹਾਂ ਉਹ ਜੀਵਨ ਬਤੀਤ ਕਰਦੇ ਹੈ। ਲੇਕਿਨ ਉਹ ਪਛਾਣਨਾ ਮੁਸ਼ਕਲ ਨਹੀਂ ਸੀਗਾ। ਉਹ ਚਿੱਤਰ ਰੇਖਾ ਕਹਿਣ ਲੱਗੀ ਕਿ ਦੇਖ, ਇਹ ਜਿਹੜਾ ਤੂੰ ਸੁਹਾਗ ਦਾ ਚੂੜਾ ਪਾਇਆ ਹੈ ਇਹਨੂੰ ਵੀ ਭੰਨ ਦੇ, ਇਹ ਪਲੰਗ ਵੀ ਜਿਹੜਾ ਭੰਨ ਦੇ, ਕਿਉਂਕਿ ਇੰਨੇ ਹਾਰ ਸ਼ਿੰਗਾਰ ਕਰਨ ਤੋਂ ਜੇ ਤੇਰਾ ਪਤੀ ਤੇ ਹੋਰਾਂ ਦੇ ਨਾਲ ਰਹਿੰਦਾ ਹੈ ਤਾਂ ਤੇਰਾ ਤਿਰਗ ਜਾਣਾ ਹੈ। ਇਹ ਤਾਂ ਇੱਕ ਦੁਨਿਆਵੀ ਮਿਸਾਲ ਹੈ, ਲੇਕਿਨ ਇਹ ਸ਼ਬਦ ਦੇ ਨਾਲ ਕੀ ਇਸ ਦਾ ਮਤਲਬ ਹੈ ਕਿ ਜੇ ਅਸੀਂ ਕਰਮ ਕਾਂਡ ਦੇ ਸ਼ਿੰਗਾਰ ਲਾਉਣੇ ਹੈ, ਜਪ ਦਾ, ਤਪ ਦਾ, ਪੂਜਾ ਦਾ, ਪਾਠ ਦਾ, ਇਹ ਸਾਡੇ ਸ਼ਿੰਗਾਰ ਲਾਏ ਹੁੰਦੇ ਹੈ। जैसे कि मैं अपनी जिंदगी ਦੇ ਵਿੱਚ ऐसे अनेकों ही ਸ਼ਿੰਗਾਰ ਲਾਏ, ਧੂਣੇ ਤਪਾਏ, ਜਪ ਤਪ ਸੱਚੇ ਦਿਲ ਨਾਲ ਮੈਂ ਕਾਫੀ ਕਰਦਾ ਰਿਹਾ। ਲੇਕਿਨ ਫਿਰ ਵੀ ਉਹ ਪਰਮਾਤਮਾ ਦੀ ਝਲਕ ਕਿਤੋਂ ਨਾ ਮਿਲੀ। ਉਹ ਸਾਰੇ ਬੇਕਾਰ ਸਾਬਤ ਹੋਏ। ਗੁਰੂ ਨਾਨਕ ਨੇ ਵੀ ਕਿਹਾ ਜੇ ਇੰਨਾ ਕੁਝ ਕਰਨ ਦੇ ਨਾਲ ਉਹ ਫਿਰ ਵੀ ਉਹ ਪਰਮਾਤਮਾ अंदर प्रगट नहीं होगा तो कहने लगे ऐसे श्रृंगार किसका। गौर न सुनो। हाँ, जातू में मान किया है, तुद बिन किया मेरा मानो, चूड़ापन पलंग सियो मूंदे, सण बाही सण बाहा। इसी तरह जो सच्चा जिज्ञासु है किसी पहुंचे हुए साधु के अगे बेनती करता है, जैसा कि मैं अपनी जिंदगी परमात्मा कृपा नहीं दसी, महाराज सावड़ ने दसी। ਜਦੋਂ ਬਾਬਾ ਵਿਸ਼ਨ ਦਾਸ ਨੂੰ ਮੈਂ ਉਹਨਾਂ ਦੇ ਚਰਨਾਂ ਚ ਗਿਆ ਤਾਂ ਇਹ ਕਿਹਾ ਕਿ ਸਾਡੇ ਚੇਲੇ ਨੇ ਬਹੁਤ ਸਾਰੇ ਸਾਧਨ ਕੀਤੇ ਹੈ ਜਿਨ੍ਹਾਂ ਦੇ ਕਰਕੇ ਮੈਂ ਤੁਹਾਡੇ ਪਾਸ ਆਇਆ, ਤੁਹਾਡੇ ਚਰਨਾਂ ਦਾ ਸਹਾਰਾ ਤੱਕਿਆ ਹੈ। ਤਾਂ ਕਹਿਣ ਦਾ ਭਾਵ ਉਹਨਾਂ ਨੇ ਕਿਹਾ ਹਾਂ ਬਈ ਸ਼ਾਇਦ ਉਸੇ ਤੜਫ ਕਰਕੇ ਹੀ ਇਹਨਾਂ ਨੂੰ ਉਹ ਮਾਲਕ ਨੇ ਮੇਰੀ ਦਤ ਪਾਈ ਹੈ। ਕਹਿਣ ਦਾ ਭਾਵ ਇਹ ਹੈ ਕਿ ਉਹ ਪਹੁੰਚੀ ਹੋਈ ਆਤਮਾ ਕਹਿੰਦੀ ਹੈ ਕਿ ਦੇਖ ਭੈਣੇ, ਇਹ ਹਾਰ ਸ਼ਿੰਗਾਰ ਕਰਦਿਆਂ, ਇਹ ਚੂੜਾ ਪਾਇਆ, ਫਿਰ ਵੀ ਉਹ ਸੁਹਾਗ ਪਤੀ ਨਾ ਮਿਲਿਆ, ਇਹ ਚੂੜਾ ਤੇਰਾ ਕਿਸ ਕੰਮ ਹੈ? ਉਹ ਜਪ ਤਪ ਜਿਹੜਾ ਹੈ, ਪੁੰਨ ਦਾਨ ਕੀਤਾ, ਉਹ ਤੇਰਾ ਕਿਸ ਕੰਮ ਆਇਆ, ਕਿਸ ਲੇਖੇ ਲੱਗਿਆ? ਜੀ, चूड़ापन पलंग सियो मूंदे, सण बाही सण बाहा, एते वेद करेंगे मूंदे, सोरा तो अवराहा, ना मनियार ना चूड़ियां, ना ते बंगड़िया। ਹੁਣ ਉਹ ਕਹਿੰਦੀ ਹੈ ਕਿ ਦੇਖ ਭੈਣੇ, ਨਾ ਤਾਂ ਗੁਰੂ ਮਨਿਆਰ ਹੈ ਜਿਹੜਾ ਭਗਤੀ ਦੀ ਮੈਨੂੰ ਚੂੜੀਆਂ ਦਿੰਦਾ, ਨਾਮ ਨਾ ਜੋੜਦਾ, ਨਾ ਉਹ ਭਗਤੀ ਦੀਆਂ ਨਿਸਕਾਮ ਜੋ ਸੇਵਾ ਹੈ, ਨਾ ਮੇਰੇ ਕੋਲ ਉਹ ਚੂੜੀਆਂ ਹਨ। ਜੀ, ना मनियार ना चूड़ियां, ना ते बंगड़िया,
जो से कंठ न लगिया जलन से पहाड़िया। ਜਿਹੜੀਆਂ ਬਾਹਾਂ ਅੰਦਰ ਜਾ ਕੇ ਗੁਰੂ ਦੇ ਗਲੇ ਨਾਲ ਨਹੀਂ ਲੱਗਦੀਆਂ ਹਨ, ਉਹ ਬਾਹਾਂ ਕਿਸ ਕੰਮ ਹੈ? ਉਹ ਤਾਂ ਕਿਸੇ ਕੰਮ ਵੀ ਨਹੀਂ। ਬਾਹਾਂ ਉਹੀ ਸਫਲ ਹੈ ਜਿਹੜੀਆਂ ਗੁਰੂ ਨਾਲ ਅੰਦਰ ਜਾ ਕੇ ਮਿਲਦੀਆਂ ਹਨ ਜੀ। जो से कंठ न लगिया जलन से पहाड़िया। सब सहिया तो रावण गैया ओ दाती के दर जावा। अमाली हो खरी सुचकी तैसे एक न पावा। और सारे ही ਅਸੀਂ ਘਰਾਂ ਤੋਂ ਨਿਕਲਦੇ ਹਾਂ, ਆਪੋ ਆਪਣੀ ਅਕਲ ਦੇ ਮੁਤਾਬਕ, ਬੁੱਧੀ ਦੇ ਮੁਤਾਬਕ कर्म करते हैं। घरों तो सारे भक्ति भाव में निकलते हैं, लेकिन ये जो बाहर दिखावे की भक्ति है, दिखावे का पुण्यदान है, वो साडा किसे लेखे नहीं हुंदा, वो किसे भी लेखे नहीं लगता गा। क्योंकि असी दिखावे का ही जप करते हैं, दिखावे का ही तप करते हैं, दिखावे की ही पूजा पाठ करते हैं। इस वास्ते आप कहने लगे वो सारियां 100 मिलने वास्ते गईयां, लेकिन ਉਹਦੇ ਵਿੱਚੋਂ ਜਿਨ੍ਹਾਂ ਦੀ ਨਿਸਕਾਮ ਭਗਤੀ ਸੀ, ਜੋ ਸ਼ਬਦ ਨਾਮ ਦੀ ਭਗਤੀ ਕਰਦੀਆਂ ਸਨ, ਉਹੀ ਉਸ ਮਾਲਕ ਨੂੰ ਜਾ ਕੇ ਪ੍ਰਾਪਤ ਹੋਈਆਂ। ਹੇ ਪਿਆਰੀ ਸਖੀ, ਮੈਂ ਹੁਣ ਕਿਹੜੇ ਪਾਸੇ ਜਾਵਾਂ? ਮੈਂ ਤਾਂ ਸਾਰੀ ਜ਼ਿੰਦਗੀ ਇਸ ਹੰਕਾਰ ਵਿੱਚ ਹੀ ਸੀ ਕਿ ਮੈਂ ਇੰਨਾ ਜਪੀ ਤਪੀ ਹੈ, ਮੈਂ ਇੰਨਾ ਪੁੰਨੀ ਦਾਨੀ ਹੈ, ਮੇਰੇ ਵਰਗਾ ਕੌਣ ਹੈ, ਮੈਂ ਇੰਨੇ ਤੀਰਥ ਕੀਤੇ ਹੋਏ ਹੈ। दस ते एक भी मेरे लेखे विच नहीं लग्या। हुण दस भैणे मैं किधर जावां? मैं तो आप दे खरी सुचेची, सारियां नूं सियाणी, सारियां नूं इह समझदी सी कि नहीं पवित्र है जी। अमाली हो खरी सुचकी तैसे एक न पावा। माठ गुंदाई पटिया परिये माग संदूरे। आगे गई ना मनिए मर ओ विसर विसूरे। हुण सानूं पता ही है कि साडे लड़की वाला ये गुरु दरबार के विचार चीज त्वचा नंगी कर लगियां हैं। सिर की शोभा बढ़ाने वास्ते ਉਹਦੇ ਉੱਤੇ ਸੰਦੂਰ ਪਾ ਦਿੰਦੇ ਹੈ। ਉਹਨੂੰ ਜਿਹੜੇ ਵਿਚਾਲੇ ਨੰਗੀ ਕਰੀ ਹੁੰਦੀ ਹੈ, ਚੀਰਨੀ ਜਿਸਨੂੰ ਬੋਲਦੀਆਂ ਹਨ, ਔਰ ਉਸ ਨੂੰ ਮਾਂਗ ਕਹਿੰਦੇ ਆ। ਉਹਦੇ ਵਿੱਚ ਸ਼ੋਭਾ ਵਧਾਉਣ ਵਾਸਤੇ ਸੰਦੂਰ ਪਾਉਂਦੇ ਹੈ। ਅਸੀਂ ਕਿਹੜਾ ਹੈ? ਕਾਮ ਹੈ, क्रोध है, लोभ मोह अहंकार, इन्हां नूं छड्ड के काहदा संदूर भरना है? उस शब्द नाम दा, गुरु दे प्यार दा संदूर भरना है, ताकि साडी आत्मा अगे उस परमात्मा, उस गुरु नूं कुर्बान हो जाए। अगर लड़की इतने हार श्रृंगार ला के पति अगों उसका बूहा ना खोले, उहदे नाल गल ही ना करे, खुद सोच के देख लो उस लड़की का हार श्रृंगार किस काम आया। इसे तरह जे सानू वो परमात्मा असीं सारे भगती भाव दे दुनिया दे दिखावे दे कर्म करके श्रृंगार कीते, वो परमात्मा साडे अंदर बजन दा कुआड़ ला के बैठा है, वो बूहा ना खोले, वो किस काम है जी। आगे गई ना मनिया मरो विसूर विसूरे। मेरो वंदी सब जग रुन्ना रुन्नड़े बण हो पंखेरू। एक ना रुना मेरे धन का बिरहा जीनी हो फिरो बिछोड़ी।
सुपने आया पी गया मैं जल भरिया रोए। ਹੁਣ ਆਪ ਪਿਆਰ ਨਾਲ ਕਹਿੰਦੇ ਆ ਜਦੋਂ ਇਤਨੇ ਸਾਰੇ ਕਰਮ ਕਰਕੇ ਪਰਮਾਤਮਾ ਨਾ ਮਿਲਿਆ ਉਹ ਕਹਿਣ ਲੱਗੀ ਮੈਂ ਫਿਰ ਆਤਮਾ ਕਹਿੰਦੀ ਰੋਈ ਮੈਂ ਤਾਂ ਰੋਣਾ ਸੀ ਮੇਰੇ ਹਾਲ ਤੇ ਦੇਖ ਕੇ ਜੰਗਲਾਂ ਦੇ ਪੰਛੀ ਵੀ ਰੋਏ ਕਿ ਉਹ ਇਸਨੇ ਇਤਨੇ ਕਸ਼ਟ ਸਹਾਰੇ ਬਾਹਰ ਇਹਨੂੰ ਫਿਰ ਵੀ ਪਰਮਾਤਮਾ ਨੇ ਆਪਦੇ ਗਲੇ ਨਾਲ ਨਹੀਂ ਲਾਇਆ ਬੂਹਾ ਨਹੀਂ ਖੋਲਿਆ ਗਿਆ ਇੱਕ ਮੇਰੇ ਜਿਹੜਾ ਵਿਛੋੜਾ ਸੀ ਉਹ ਨਾ ਲਾਇਆ ਤੋ ਫਿਰ ਦਿਲ ਦੇ ਵਿੱਚ ਖਿਆਲ ਆਇਆ ਕਿ ਉਹ ਸੁਪਨਾ ਜਿਹੜਾ ਸੁਪਨੇ ਵਿੱਚ ਮੈਨੂੰ ਉਸ ਬੁਨਿਆਦ ਗੁਰੂ ਦੇ ਪਤੀ ਦੇ ਦਰਸ਼ਨ ਹੋਏ ਸੀ ਮੈਂ ਹੁਣ ਸੌਂ ਕੇ ਦਾ ਦੇਖਾਂ ਸ਼ਾਇਦ ਉਹ ਫੇਰ ਹੀ ਕਿਤੇ ਸੁਪਨੇ ਅੰਦਰ ਆ ਜਾਵੇ ਜੀ। सुपने आया पी गया मैं जल भरिया रोए। आए न सका तुझ कन प्यारे भेज न सका कोई। ਹੁਣ ਆਤਮਾ ਤੇਰੇ ਨੂੰ ਤੜਪਦੀ ਹੈ ਕਿ ਮੈਨੂੰ ਤੇਰੇ ਦੇਸ਼ ਦਾ ਪਤਾ ਨਹੀਂ ਤੇਰੇ ਐਡਰੈਸ ਦਾ ਪਤਾ ਨਹੀਂ ਮੈਨੂੰ ਤੇਰੇ ਰਸਤੇ ਦਾ ਪਤਾ ਨਹੀਂ ਕਿੰਨਾ ਗਹਿਰਾ ਹੈ ਕਿੰਨਾ ਲੰਬਾ ਹੈ ਕਿੰਨਾ ਚੌੜਾ ਹੈ ਨਾ ਮੈਂ ਖੁਦ ਆ ਸਕਦੀ ਹੈ ਨਾ ਮੈਂ ਤੇਰੇ ਪਾਸ ਕੋਈ ਐਸਾ ਹੈ ਸੰਦੇਸ਼ ਸੀ ਜਿਹਨੂੰ ਮੈਂ ਭੇਜ ਦੇਵਾਂ ਮੈਨੂੰ ਐਸਾ ਸੰਦੇਸ਼ ਹੀ ਨਹੀਂ ਮਿਲਿਆ ਕਿਉਂਕਿ ਸੰਦੇਸ਼ ਤਾਂ ਗੁਰੂ ਨੇ ਦੇਣਾ ਸੀਗਾ ਉਹ ਮਿਲਿਆ ਨਹੀਂਗਾ ਜੀ। आए न सका खुद कन प्यारे भेज न सका कोई। आओ सुपागी नींदड़िए मत सो देखा सोए। ਮੈਂ ਦੱਸਿਆ ਸੀ ਜਿਹਨੂੰ ਵਸਲ ਹੋ ਕੇ ਫੇਰ ਵਿਛੋੜਾ ਹੋ ਜਾਵੇ ਉਹਦੀ ਮੌਤ ਦਾ ਸਮਾਨ ਬਣ ਜਾਂਦਾ ਹੈ। ਇਸੇ ਤਰ੍ਹਾਂ ਇੱਕ ਵਾਰੀ ਦਰਸ਼ਨ ਹੋ ਕੇ ਗੁਰੂ ਦਾ ਫੇਰ ਨਾ ਹੋਵੇ ਜੋ ਉਸ ਤੇ ਜੀਤਦੀ ਹੈ ਉਹਨੂੰ ਪਤਾ ਹੈ। ਹੁਣ ਕਹਿੰਦੀ ਹੈ ਆਤਮਾ ਨੀਂਦ ਨੂੰ ਆਵਾਜ਼ ਮਾਰਦੀ ਹੈ ਕਿ ਆਓ ਮੈਂ ਸੌ ਕੇ ਤਾਂ ਦੇਖਾਂ ਜਿਵੇਂ ਅੱਗੇ ਸੁਪਨ ਵਿੱਚ ਆ ਗਿਆ ਸੀ ਸ਼ਾਇਦ ਹੁਣ ਵੀ ਕਿਤੇ ਉਹ ਆ ਜਾਵੇ ਮੇਰੇ ਤੇ ਤਰਸ ਕਰ ਲਓ ਜੀ। आओ सुपागी नींदड़िए मत सो देखा सोए। ਉਹ ਕਿਹੜੀ ਨੀਂਦ ਹੈ ਸਿਮਰਨ ਦੇ ਜਰੀਏ ਫੈਲੇ ਹੋਏ ਖਿਆਲ ਨੂੰ ਅੱਖਾਂ ਪਿੱਛੇ ਲਿਆਓ ਆਤਮਾ ਤੋਂ ਸੂਲ ਸੂਖਸ਼ਮ ਕਾਰ ਤਿੰਨੇ ਪਰਦੇ ਲਾ ਕੇ 10ਵੇਂ ਦੁਆਰ ਵਿੱਚ ਸਮਾਧੀ ਰੂਪ ਨੀਂਦ ਵਿੱਚ ਜਾਣਾ ਕਿ ਮਤਾ ਉੱਥੇ ਹੀ ਉਹ ਪਰਮਾਤਮਾ ਗੁਰੂ ਦੇ ਦਰਸ਼ਨ ਹੋ ਜਾਣ ਜੀ। आओ सुपागी नींदड़िए मत तो देखा सोए। तै साहिब की बात जे आखे को नानक क्या कीजे। ਹੁਣ ਉਹ ਦੂਸਰੀ ਸਹੇਲੀ ਕਹਿੰਦੀ ਹੈ ਜੈਸਾ ਕਿ ਊਖਾ ਤੋਂ ਚਿੱਤਰ ਰੇਖਾ ਨੇ ਪੁੱਛਿਆ ਸੀ ਇਸੇ ਤਰ੍ਹਾਂ ਇਹ ਵੀ ਪੰਕਤੀ ਹੋਈ ਆਤਮਾ ਕਹਿੰਦੀ ਹੈ ਕਿ ਦੇਖ ਜੇ ਭਲਾ ਤੈਨੂੰ ਉਸ ਪਿਆਰੇ ਪ੍ਰੀਤਮ ਦੀ ਕੋਈ ਗੱਲ ਦੱਸੇ ਤੂੰ ਉਹਨੂੰ ਕੀ ਦੇਵੇਂਗੀ ਉਸ ਤੇ ਕੀ ਮਾਰੇਂਗੀ ਕੀ ਸ਼ੁਕਰਾਨਾ ਕਰੇਂਗੀ ਕਿਉਂਕਿ ਉੱਥੇ ਦੀ ਪਹੁੰਚੀਆਂ ਆਤਮਾ ਮਿਲਦੀਆਂ ਹਨ ਪਿਆਰ ਭਰੀਆਂ ਗੱਲਾਂ ਹੁੰਦੀਆਂ ਹਨ। ਇਸ ਵਾਸਤੇ ਕਹਿਣ ਲੱਗੀ ਦੱਸ ਭੈਣੇ ਕਿਉਂਕਿ ਹਰ ਕੀਆਂ ਕਥਾ ਕਹਾਣੀਆਂ ਗੁਰੂ ਨੀਕ ਸੁਣਾਈਆਂ ਬੁਧਿਆਰੀ ਗੁਰੂ ਆਪਣੇ ਗੁਰ ਕੋ ਸਮਝਾਈਆਂ ਕੌਣ ਉਸਦੀਆਂ ਪਰਮਾਤਮਾ ਦੀਆਂ ਗੱਲਾਂ ਸੁਣਾਏਗਾ ਜਿਹੜਾ ਪਰਮਾਤਮਾ ਨਾਲ ਮਿਲਿਆ ਹੈ ਜਿਨ੍ਹਾਂ ਨੇ ਮਿਲਾਪ ਹੀ ਨਹੀਂ ਕੀਤਾ ਪਰਮਾਤਮਾ ਦਾ ਪਤਾ ਹੀ ਨਹੀਂ ਉਹ ਕੀ ਕਹਾਣੀਆਂ ਸੁਣਾਉਣਗੇ। ਮੈਂ ਉੱਪਰ ਦੱਸਿਆ ਸੀ ਕਿ ਜਿਹੜੇ ਭਾਈ ਪੁਜਾਰੀ ਲੋਕ ਹੈ ਇਹ ਸੁਣੀਆਂ ਕਹਾਣੀਆਂ ਝੂਠੀਆਂ ਪਤਲਾਂ ਹੀ ਸੁਣਾ ਰਹੇ ਆ ਚੱਟ ਰਹੇ ਕੌਣ ਹੈ ਕਬੀਰ ਸਾਹਿਬ ਨੇ ਕਿਹਾ ਇਧਰੋਂ ਹਰ ਕੋਈ ਜਾਤ ਹੈ
ਭਾਰ ਲਦਾਏ ਲਦਾਏ ਇਧਰੋਂ ਦੁਨੀਆ ਤੁਰੀ ਜਾਂਦੀ ਹੈ, ਕਰਮਾਂ ਦਾ ਪੁੰਨਾ ਪਾਪਾਂ ਦਾ ਬੋਝਾ ਲੱਦ ਕੇ ਤੁਰੇ ਜਾਂਦੇ ਹੈ। ਕਿੱਥੋਂ ਪੁੱਛੂੰ ਭਾਏ, ਕਿਹਨੂੰ ਜਾ ਕੇ ਪੁੱਛਾਂਗਾ। ਉਧਰੋਂ ਸਤਿਗੁਰ ਆਇਆ, ਉਧਰੋਂ ਇੱਕ ਹੀ ਗੁਰੂ ਆਉਂਦਾ ਹੈ, ਸ਼ਬਦ ਰੂਪ ਗੁਰੂ ਸੰਸਾਰ ਵਿੱਚ ਦੇਹ ਧਾਰ ਕੇ ਆਉਂਦਾ ਹੈ। ਤਾਂ ਉਹ ਆ ਕੇ ਸਾਨੂੰ ਮਿੱਠੀਆਂ ਔਰ ਪਿਆਰੀਆਂ ਗੱਲਾਂ ਉਹ ਪਰਮਾਤਮਾ ਦੀਆਂ ਸੁਣਾਉਂਦਾ ਹੈ। ਹਰ ਦੀਆਂ ਕਥਾ ਕਹਾਣੀਆਂ ਗੁਰੂ ਨੀਤ ਸੁਣਾਈਆਂ, ਬਲਿਹਾਰੀ ਗੁਰੂ ਆਪਣੇ ਘੁੰਮ ਘੁੰਮ ਜਾਈਆਂ। मैं वारे वारे जाना है, कुर्बान कुर्बान जाना है, जिन्हें मैनू आके मिठिया प्यारियां मेरे प्यारे दियां गल्लां सुनाईयां। प्यारे दा प्यारा भी प्यारा ही होंदा है। सानू पता है अगर कोई साडे दुनियावी रिश्तेदार कोलों भी आके कोई सुनेहा दिंदा है, असीं ओहदा भी धन्नवाद करदे हां, गौर नाल उसदी असीं गल नूं सुणदे हां भी इहने सानू संदेश दिता है। अगर दुनियावी रिश्तेदार दा असीं सुनेहे वाले दा इन्ना धन्नवाद करदे हां ਤੇ ਜਿਸ ਦਾ ਸੰਦੇਹਾ ਉਹ ਪਰਮਾਤਮਾ ਦਾ ਜਿਹੜਾ ਕੋਈ ਆ ਕੇ ਦਿੰਦਾ ਹੈ, ਉਹਦਾ ਕਿੰਨਾ ਧੰਨਵਾਦ ਕਰਨਾ ਪੈਂਦਾ ਹੈ। ਇਹੀ ਕਾਰਨ ਹੁੰਦਾ ਹੈ ਕਿ ਜਿਹੜੇ ਪੂਰੇ ਸ਼ਿਸ਼ ਗੁਰੂ ਦੇ ਦੱਸੇ ਹੋਏ ਯੁਕਤੀ ਤੇ ਅਮਲ ਕਰਦੇ ਉਹਦਾ ਉਹ ਆਦਰ ਦਿਲ ਵਿੱਚ ਬੈਠ ਜਾਂਦਾ ਹੈ ਕਿ ਜਿਹੜਾ ਉਹ ਕਦੇ ਉਹਦਾ ਆਸਾਨ ਭੁੱਲ ਨਹੀਂ ਸਕਦੇ। ਸਾਹ ਸਾਹ ਨਾਲ ਉਹਦੇ ਗੁਣ ਗਾਉਂਦੇ ਹੈ। ਕਿਉਂ ਗਾਉਂਦੇ ਹੈ? ਵੀ ਉਹਨਾਂ ਨੂੰ ਉਹਦਾ ਸੁਨੇਹਾ ਲਿਆ ਕੇ ਦਿੱਤਾ। ਹੁਣ ਗੁਰੂ ਸਾਹਿਬ ਕਹਿੰਦੇ ਹੈ ਕਿ हे ਭੈਣੇ, ਜਿਹੜਾ ਤੈਨੂੰ ਉਹਦੀ ਕੋਈ ਗੱਲ ਸੁਣਾਵੇ, ਸੁਨੇਹਾ ਲਿਆ ਕੇ ਦੇਵੇ, ਤੂੰ ਉਹਨੂੰ ਕੀ ਉਸਨੂੰ ਦੇਵੇਂਗੀ, ਕੀ ਉਸਦੇ ਉੱਤੇ ਸ਼ੁਕਰਾਨਾ ਕਰੇਂਗੀ। ਹਾਂ साहिब की बात जे आखे, को नानक क्या दीजे, शीस वडे कर बैसण दीजे, विण सिर सेव करीजे, क्यों न मरीजे जीड़ा न दीजे, जा सो पिया बेटाना। ਹੁਣ ਕਹਿਣ ਲੱਗੀ, ਮੈਂ ਆਪਦਾ ਸਿਰ ਕੱਟ ਕੇ ਉਹਦੇ ਅੱਗੇ ਚੌਂਕੀ ਬਣਾ ਕੇ ਰੱਖ ਦਿੱਤੀ ਕਿ ਤੂੰ ਐਸ ਤੇ ਬੈ। ਸਿਰ ਦਾ ਭਾਰ ਆ ਨਹੀਂ ਕਿ ਅਸੀਂ ਬਗੈਰ ਧੱਕ ਤੋਂ ਹੋ ਜਾਣ। ਸੰਤਾਂ ਦੇ ਸਿਰ ਤੇ ਭੁੱਖੇ ਨਹੀਂ ਹੁੰਦੇ, ਲੇਕਿਨ ਸਿਰ ਦਾ ਕੱਟਣਾ ਕੀ ਹੈ? ਨਿਰਹੰਕਾਰ, ਕਿ ਮੈਂ ਆਪਣਾ ਮਾਨ ਹੰਕਾਰ ਨੂੰ ਤਿਆਗ ਕੇ ਉਹਦੀ ਸੇਵਾ ਵਿੱਚ ਆਪਦਾ ਦਿਲ ਹੰਕਾਰ ਤੋਂ ਖਾਲੀ ਕਰਕੇ, ਮਨ ਹੰਕਾਰ ਤੋਂ ਖਾਲੀ ਕਰਕੇ ਉਹਦੇ ਅੱਗੇ ਰੱਖ ਦੂੰ ਕਿ ਤੂੰ ਮੇਰੇ ਦਿਲ ਦੇ ਵਿੱਚ ਆ ਕੇ ਬੈਠ। तुलसी साहब ने किया, दिल का हुजरा साफ कर, जाना के आने के लिए ध्यान गैरों का उठा, उसके बैठाने की कि उस जगह ਨੂੰ ਤਾਂ ਸਾਫ਼ ਕਰ, ਖਾਲੀ ਕਰ ਜਿੱਥੇ ਉਹ ਪਰਮਾਤਮਾ ਨੂੰ ਬਿਠਾਉਣਾ ਹੈ। ਜੇ ਉਹ ਮੈਂ ਮੇਰੀ ਨਾ ਭਰਿਆ ਹੋਇਆ ਹੈ, ਉਹ ਕਿਵੇਂ ਆ ਕੇ ਬੈਠੇਗਾ? ਉਹ ਖਾਲੀ ਜਗ੍ਹਾ ਜਾ ਕੇ ਬੈਠ ਜਾਏਗਾ। जैसा कि मैं अपने परमात्मा गुरुदेव कृपाल लगे दो प्यार भरे हिंदू सिद्ध के किया सीगा कि मेरा बचपन है तो दिल और दिमाग खाली है, मैनू नहीं पता किसी ने की कहना है। वो हंस के कहने लगे, मैं खाली जगह देख के तेरे को आया है, इतना सफर करके। दिमागी पहलवान, दिमागी कुश्तियां करने वाले मेरे पास बड़े हैं। वो ज्यादा पढ़े लिखे लोगों को दिमागी पहलवान कहते थे। सो इस वास्ते गुरु नानक ने जो उस प्यार न किया कि जे तेन कोई उसकी गल आके दसे, उस प्यारे परमात्मा की जिसकी तेन तलाश है, तू की देवेंगी? वो कहने लगी, मैं आपका सिर कट के चरणों में रख दूंगी, बिना सिर तो मैं उसकी सेवा करूंगी। हंकार तो रह तो आपका हंकार ਨੂੰ ਗਵਾ ਕੇ ਆਪਣਾ ਆਪ ਖਤਮ ਕਰਕੇ ਉਹਦੇ ਚਰਨਾਂ ਵਿੱਚ ਬੈਠਣ ਨੂੰ ਦਿਲ ਖਾਲੀ ਕਰਕੇ ਦੇ ਦੂੰਗੀ, ਕਿਉਂਕਿ ਉਹ ਵੱਡੇ ਗੁਣਾਂ ਵਾਲਾ ਪਰਮਾਤਮਾ ਜਿਸ ਤੋਂ ਮੈਂ ਵਿਛੜੀ ਸਾਂ, ਜਿਸ ਦੀ ਮੈਨੂੰ ਸਦਾ ਮੇਰੀ ਆਤਮਾ ਅੰਦਰ ਤਲਾਸ਼ ਸੀ। ਕਿਉਂਕਿ ਬਿਨਾਂ ਨਾਮ ਤੋਂ ਇਨਸਾਨ ਗਧੇ ਦੀ ਤੁਲ ਹੈ। ਜਿਵੇਂ ਗਧਾ ਬੋਝਾ ਢੋਂਦਾ ਹੈ, ਉਸੇ ਤਰ੍ਹਾਂ ਬੋਝਾ ਢੋਂਦਾ ਢੋਂਦਾ ਮਰ ਜਾਂਦਾ ਹੈ। ਇਨਸਾਨ ਨੂੰ ਗਧਾ ਕਿਉਂ ਕਹਿ ਕਿਹਾ ਗਿਆ? ਇਹ ਵਿਸ਼ੇ ਵਿਕਾਰਾਂ ਦਾ ਬੋਝਾ ਢੋਂਦਾ ਹੈ। ਸਾਰੀ ਜ਼ਿੰਦਗੀ ਇਸ ਵਿਸ਼ੇ ਵਿਕਾਰਾਂ ਦੇ ਬੋਝੇ ਦੇ ਹੇਠ ਦਬ ਕੇ ਮਰ ਜਾਂਦਾ ਹੈ। ਨਾ ਇਹਨੂੰ ਆਪਣਾ ਪਤਾ ਹੈ, ਨਾ ਇਹਨੂੰ ਅੱਗੇ ਦਾ ਪਤਾ, ਨਾ ਪਿੱਛੇ ਦਾ ਪਤਾ ਹੈ।
ਇਹਨਾਂ ਦੇ ਵਿੱਚ ਇਹ ਲਿਬੜਿਆ ਕੀ ਸੰਤਾਂ ਦੀ ਗਤੀ ਨੂੰ ਸਮਝ ਸਕਦਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਉਹ ਵੱਡੇ ਗੁਣਾਂ ਵਾਲਾ, ਸਾਰਿਆਂ ਗੁਣਾਂ ਵਾਲਾ, ਉਹ ਪ੍ਰਮਾਤਮਾ, ਉਹ ਗੁਰੂ ਦੇਵ ਮੇਰੇ ਅੰਦਰ ਆ ਕੇ ਬੈਠ ਗਿਆ। ਮੇਰੇ ਅੰਦਰ ਕੋਈ ਗੁਣ ਤਾਂ ਐਸਾ ਨਹੀਂ ਸੀ, ਫਿਰ ਵੀ ਉਸ ਨੂੰ ਤਰਸ ਆਇਆ, ਰਹਿਮ ਆਇਆ, ਤਦ ਉਹ ਮੇਰੇ ਅੰਦਰ ਆ ਕੇ ਪ੍ਰਗਟ ਹੋਇਆ। ਸੋ ਸਾਨੂੰ ਵੀ ਚਾਹੀਦਾ ਹੈ ਜੋ ਕੁਛ ਛੋਟੇ ਜਿਹੇ ਸ਼ਬਦ ਅੰਦਰ ਅਸੀਂ ਸੁਣਿਆ ਉਸ ਤੇ ਅਮਲ ਕਰੀਏ। ਅੱਜ ਦਾ ਬੜਾ ਹੀ ਸ਼ੁਭ ਦਿਹਾੜਾ ਹੈ। ਮੈਂ ਦੱਸਿਆ ਸੀ ਕਿ ਉਹ ਜੀ ਬੜੇ ਭਾਗਾਂ ਵਾਲੇ ਸਨ ਜਿਨ੍ਹਾਂ ਨੇ ਉਸ ਪ੍ਰਮਾਤਮਾ ਸਾਵਣ ਨਿੱਜੀ ਤੌਰ ਤੇ ਦਰਸ਼ਨ ਕੀਤੇ। ਜੈਸਾ ਸ਼ਬਦ ਵਿੱਚ ਆਇਆ ਸੀਗਾ ਕਿ ਗੋਰੇ ਗੋਰੇ ਮੁਖੜੇ ਤੇ ਤਿਲ ਸੋਹਣਾ ਲੱਗਦਾ, ਉਹਨਾਂ ਦੇ ਮੁਖੜੇ ਦੇ ਉੱਤੇ ਬੜਾ ਅੱਛਾ ਤਿਲ ਸੀ। ਜਿਹੜੇ ਦੇਖਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਕਿੰਨਾ ਉਹ ਜਿਹੜਾ ਤਿਲ ਸੀ ਦਿਲ ਨੂੰ ਖਿੱਚਦਾ ਸੀਗਾ। ਉਸ ਤਿਲ ਦੇ ਉੱਤੇ ਹਜ਼ਾਰਾਂ ਦੀ ਲੱਖੋਂ ਜਾਨਾਂ ਕੁਰਬਾਨ ਜਾਂਦੀਆਂ ਸਨ। ਜਦੋਂ ਹੱਸਦੇ ਸੀ ਦਿਲ ਨੂੰ ਖੜਾ ਦਿੰਦੇ ਸਨ, ਦਿਲ ਨੂੰ ਮੋਹ ਲੈਂਦੇ ਸਨ। ਸੋ ਉਹਨੇ ਤਿਆਗ ਕੀਤੀ, ਆਪਦਾ ਘਰ ਸੱਚਖੰਡ ਛੱਡ ਕੇ ਸੰਸਾਰ ਵਿੱਚ ਆਇਆ। ਜੈਸਾ ਉਹਨਾਂ ਦਾ ਨਾਮ ਸਾਵਣ ਦੇ ਮਹੀਨੇ ਸਾਵਣ ਰੱਖਿਆ ਉਹਨਾਂ ਦੇ ਮਾਤਾ ਪਿਤਾ ਨੇ, ਇੰਨੇ ਹੀ ਉਹਨਾਂ ਵਿੱਚ ਗੁਣ ਸਨ ਕਿ ਉਹਨਾਂ ਨੇ ਆ ਕੇ ਨਾਮ ਦੀ ਵੀ ਬਾਰਿਸ਼ ਕੀਤੀ। ਹਿੰਦੁਸਤਾਨ ਦੇ ਅੰਦਰ ਕੋਨੇ ਕੋਨੇ ਵਿੱਚ ਉਦੋਂ ਨਹਿਰਾਂ ਨਹੀਂ ਹੁੰਦੀਆਂ ਸਨ, ਕਾਲ ਪਿਆ ਹੋਇਆ ਸੀ। ਤਾਂ ਉਦੋਂ ਬੜੇ ਹੀ ਬਾਰਿਸ਼ ਹੋਈ, ਬੜਾ ਲੋਕਾਂ ਨੂੰ ਅੰਨ ਖਾਣ ਨੂੰ ਮਿਲਿਆ ਸੀਗਾ। ਇਹ ਉਹਨਾਂ ਦੇ ਨਾਂ ਦਾ ਮਹਾਤਮ ਸੀਗਾ। ਸੋ ਸਾਨੂੰ ਵੀ ਚਾਹੀਦਾ ਹੈ ਜਿਹੜਾ ਉਹ ਰਸਤਾ ਸ਼ਬਦ ਨਾਮ ਦਾ ਵਿਖਾ ਗਏ ਹੈ, ਆਪਦੇ ਘਰ ਦਾ ਨਿਮੰਤਰਣ ਦੇ ਗਏ ਹੈ, ਉਹਦੇ ਉੱਤੇ ਚੱਲ ਕੇ ਉਹਦੀ ਦਿਆਲੇ ਦੇ ਪਾਤਰ ਬਣੀਏ।